ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਪਿਛਲੇ ਹਫ਼ਤੇ ਬੁੱਧਵਾਰ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਤੁਖਾਰੀ ਰਾਗ ਦੀ ਬਾਣੀ 12 ਦੇ ਵਿਚਾਰ ਸੰਪੂਰਨ ਕੀਤੀ ਸੀ। ਤੇ ਉਦੋਂ ਹੀ ਫਿਰ ਇਹ ਵਿਚਾਰ ਬਣਿਆ ਸੀ ਕਿ ਵੀ ਇਸ ਤੋਂ ਅੱਗੋਂ ਰੁੱਤੀ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਲਈ ਜਾਵੇ। 12 ਤੁਖਾਰੀ ਦੇ ਅੰਦਰ 12 ਹੀ ਮਹੀਨਿਆਂ ਦੇ ਜੋ ਦੇਸੀ ਕੈਲੰਡਰ ਦੇ ਮੁਤਾਬਕ ਮਹੀਨੇ ਹਨ, ਉਹਨਾਂ ਦੇ ਨਾਮ ਵਰਤ ਕੇ ਉਹਨਾਂ ਦੇ ਮੁਤਾਬਕ ਜੋ ਮੌਸਮ ਜਿਹੋ ਜਿਹਾ ਹੁੰਦਾ ਹੈ ਉਹਨਾਂ ਦੇ ਵੀ ਅਲੰਕਾਰ ਵਰਤ ਕੇ ਗੁਰੂ ਪਾਤਸ਼ਾਹ ਨੇ ਆਪਣਾ ਸੁਨੇਹਾ ਦਿੱਤਾ ਸੀ। ਉਸ ਬਾਣੀ ਦੇ ਕੁੱਲ 17 ਛੰਤ ਸਨ। ਪਹਿਲੇ 4 ਛੰਤ ਤੇ ਜਿਹੜੇ ਸਨ ਭੂਮਿਕਾ ਦੇ ਰੂਪ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ। ਉਸ ਤੋਂ ਬਾਅਦ ਵੀ ਜੋ ਮੇਨ ਮੈਸੇਜ ਸੀ ਬਾਣੀ ਦਾ ਉਹ ਇਹੀ ਸੀ ਕਿ ਮਨੁੱਖ ਮਾਤਰ ਨੇ ਕਿਵੇਂ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਜੋੜਨਾ ਹੈ ਤੇ ਆਪਣਾ ਜੀਵਨ ਸਫਲ ਕਰਨਾ ਹੈ। ਅਖੀਰਲੇ 17ਵੇਂ ਛੰਤ ਦੇ ਅੰਦਰ ਫਿਰ ਸਾਰੀ ਬਾਣੀ ਦਾ ਜੋ ਨਿਚੋੜ ਹੈ ਉਹ ਬਿਆਨ ਕੀਤਾ ਗਿਆ ਸੀ। ਜੋ ਅੱਜ ਦੀ ਬਾਣੀ ਰੁੱਤੀ ਹੈ ਇਹ ਰਾਗ ਰਾਮਕਲੀ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਤੁਹਾਡੀ ਸਕਰੀਨ ਦੇ ਉੱਤੇ ਪੰਨਾ ਨਜ਼ਰ ਜੋ ਆ ਰਿਹਾ ਉਹ 937 ਹੈ, ਜੋ ਗਲਤ ਹੈ। ਅਸਲ ਵਿੱਚ ਪੰਨਾ 927 ਹੈ। तो ये 927 पन्ने तो लैके 929 तक ये बाणी अंकित है। इस बाणी ਦੇ ਕੁੱਲ 8 ਛੰਤ ਹਨ। ਹਰ ਛੰਤ ਦੇ ਨਾਲ 2-2 ਸ਼ਲੋਕ ਵੀ ਹਨ। ਸੋ ਧੰਨਵਾਦ ਜੀ, ਪੰਨਾ ਠੀਕ ਹੋ ਗਿਆ। ਤੋ 8 ਜਿਹੜੇ ਛੰਤ ਹਨ ਉਹਨਾਂ ਦੇ ਵਿੱਚੋਂ ਵੀ ਪਹਿਲਾ ਛੰਤ ਜਿਹੜਾ ਹੈ ਉਸੇ ਤਰ੍ਹਾਂ ਹੀ ਮੰਗਲਾਚਰਨ ਦਾ ਭੂਮਿਕਾ ਦੇ ਰੂਪ ਵਿੱਚ ਹੈ। ਫਿਰ 6 ਰੁੱਤਾਂ 2-2 ਮਹੀਨੇ ਦੀ ਇੱਕ ਰੁੱਤ ਗਿਣੀ ਜਾਂਦੀ ਹੈ ਭਾਰਤੀ ਕੈਲੰਡਰ ਦੇ ਹਿਸਾਬ ਦੇ ਨਾਲ, ਜੋ ਪੁਰਾਣੇ ਪ੍ਰਚਲਿਤ ਜਿਹੜੇ ਸਿਸਟਮ ਸੀ। तो 6 ਹੀ ਰੁੱਤਾਂ 2-2 ਮਹੀਨੇ ਦੀ ਇੱਕ ਰੁੱਤ ਗਿਣੀ ਜਾਂਦੀ ਹੈ। ਉਹ 6 ਰੁੱਤਾਂ ਦੀ ਗੱਲ ਕਰਕੇ ਉਸ ਤੋਂ ਬਾਅਦ ਫਿਰ ਅਖੀਰਲੇ 8ਵੇਂ ਛੰਤ ਦੇ ਅੰਦਰ ਬਾਣੀ ਦਾ ਜੋ ਸੰਖੇਪ ਮੈਸੇਜ ਹੈ ਉਸ ਨੂੰ ਉਹਦੇ 'ਚ ਬਿਆਨ ਕੀਤਾ ਗਿਆ ਹੈ। तो ਜਿਵੇਂ ਤੁਖਾਰੀ 12 ਮਾਹ ਦੀ ਵਿਚਾਰ ਕਰਦਿਆਂ ਹੋਇਆਂ ਅਸੀਂ ਇਹ ਚੀਜ਼ ਭਲੀ ਭਾਂਤ ਸਮਝ ਲਈ ਸੀ ਕਿ ਇਸ ਬਾਣੀ ਦੇ ਅੰਦਰ ਕੋਈ ਮਹੀਨਿਆਂ ਦੇ ਵਿੱਚ ਕਰਨ ਵਾਲੇ ਕੋਈ ਖਾਸ ਕਿਸਮ ਦੇ ਕਰਮ ਕਾਂਡ ਜਾਂ ਕਿਸੇ ਖਾਸ ਕਿਸਮ ਦੇ ਕੰਮਾਂ ਦੇ ਬਾਰੇ ਜਾਂ ਕੋਈ ਖਾਸ ਪੁੰਨ ਪਾਪ ਦੀਆਂ ਗੱਲਾਂ ਨਹੀਂ ਕੀਤੀਆਂ ਗਈਆਂ। ਜਿਵੇਂ ਆਮ ਲੋਕਾਂ ਦੇ ਅੰਦਰ ਕਈ ਤਰ੍ਹਾਂ ਦੇ ਭਰਮ ਇਸ ਤਰੀਕੇ ਦੇ ਪ੍ਰਚਲਿਤ ਹਨ। ਸਾਡੇ ਗੁਆਂਢੀ ਸਮਾਜ ਦੇ ਅੰਦਰ ਹਰ ਮਹੀਨੇ ਦਾ ਕੋਈ ਨਾ ਕੋਈ ਉਚੇਚਾ ਮਹੱਤਮ ਜਾਂ ਕੋਈ ਖਾਸ ਗੁਣ, ਕੋਈ ਖਾਸ ਦੋਸ਼ ਹੁੰਦਾ ਹੈ। ਜਿਵੇਂ ਉਹਨਾਂ ਦੇ ਮੁਤਾਬਕ ਜੇ ਕੱਤਕ ਦੇ ਮਹੀਨੇ ਦੇ ਵਿੱਚ ਜਿਹੜੇ ਹਨ ਉਹ ਪੁੰਨ ਕਰਮ ਪੂਜਾ ਪਾਠ ਜ਼ਿਆਦਾ ਕੀਤੀ ਜਾਣੀ ਚਾਹੀਦੀ ਹੈ। ਮੱਘਰ ਦੀ ਸੰਗਰਾਂਦ ਨੂੰ ਤੀਰਥ ਇਸ਼ਨਾਨ ਕਰਨੇ ਚਾਹੀਦੇ ਹਨ। ਤੇ ਹੋਰ ਵੀ ਕਈ ਅਲੱਗ-ਅਲੱਗ ਮਹੀਨਿਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਦੇ ਕਈ ਵਿਸ਼ਵਾਸ ਹਨ। ਐਸੀ ਕੋਈ ਗੱਲ ਗੁਰੂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਜਿਹੜੀ ਹੈ ਉਹ ਨਹੀਂ ਪ੍ਰਚਾਰ ਕੀਤਾ ਉਸਦਾ, ਨਾ ਹੀ ਇਹਨਾਂ ਗੱਲਾਂ ਦਾ ਗੁਰਬਾਣੀ ਦੇ ਅੰਦਰ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਕੋਈ ਵੀ ਵੈਲਿਊ ਹੈ। ਇਵੇਂ ਹੀ ਇਸ ਰੁੱਤੀ ਬਾਣੀ ਦੇ ਅੰਦਰ ਵੀ ਸਿਰਫ ਰੁੱਤਾਂ ਦੇ ਨਾਮ ਜਿਹੜੇ ਹਨ ਉਹ ਇੱਕ ਕਾਵ ਰੂਪ ਦੀ ਸਿਰਜਣਾ ਕਰਨ ਵਾਸਤੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਤੇ ਜੋ ਉਹਨਾਂ ਰੁੱਤਾਂ ਦੇ ਵਿੱਚ ਜਿਸ ਤਰੀਕੇ ਦੇ ਮੌਸਮ ਹੁੰਦਾ ਹੈ ਉਹਨਾਂ ਨੂੰ ਉਹਨਾਂ ਦੇ ਉਸ ਵਕਤ ਦੇ ਹਾਲਾਤਾਂ ਨੂੰ ਕੇਵਲ ਅਲੰਕਾਰ ਰੂਪ ਦੇ ਅੰਦਰ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਤੋ ਪਰ ਗੁਰਮਤਿ ਦਾ ਜੋ ਸਿਧਾਂਤ ਹੈ ਉਹ ਇਹੀ ਹੈ ਕਿ ਰੁੱਤ ਉਹੀ ਸੋਹਣੀ ਹੈ ਜਿਸ ਰੁੱਤ ਵਿੱਚ ਹਰੀ ਦੇ ਗੁਣ ਗਾਏ ਜਾਣ। ਗੁਰਬਾਣੀ 'ਚ ਹੋਰ ਵੀ ਕਈ ਥਾਵਾਂ ਤੇ ਇਹ ਰੁੱਤਾਂ ਦੇ ਨਾਲ ਸੰਬੰਧਿਤ ਪੰਕਤੀਆਂ ਆਉਂਦੀਆਂ ਹਨ, ਜਿਵੇਂ ਕਿ ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਇਹ ਉਹ ਰੁੱਤ ਹੀ ਸੁਹਾਵਣੀ ਹੈ ਜਦੋਂ ਮੈਂ ਤੇਰੀ ਯਾਦ ਆਪਣੇ ਹਿਰਦੇ 'ਚ ਵਸਾ ਲਵਾਂ। ਇਸੇ ਤਰ੍ਹਾਂ ਇੱਕ ਹੋਰ ਪੰਕਤੀ ਆਉਂਦੀ ਹੈ, ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇਹ। ਤੇ ਉਹ ਸਾਰੀਆਂ ਰੁੱਤਾਂ ਚੰਗੀਆਂ ਹਨ ਜਿਸ ਰੁੱਤ ਦੇ ਅੰਦਰ ਉਸ ਸੱਚੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ ਜਾਵੇ। ਸੋ ਇਸੇ ਤਰ੍ਹਾਂ ਹੀ ਹੋਰ ਵੀ ਪ੍ਰਮਾਣ ਮਿਲਦੇ ਹਨ ਕਿ ਸਾ ਰੁੱਤ ਸੁਹਾਵੀ ਜਿਤ ਹਰ ਚਿਤ ਆਵੈ, ਬਿਨ ਸਤਿਗੁਰ ਦੀਸੈ ਬਿਨ ਲਾਤੀ ਸਾਕਤ ਫਿਰ ਆਵੈ ਜਾਵੇ। ਜਾਂ ਜਿਹੀ ਰੁੱਤ ਕਾਇਆ ਸੁਖ ਤੇਹਾ
तेहो जेही देही नानक रुत सुहावी साई बिन नावे रुत के ही। कि नाम जपे तो बिना रुत कादी है चंगी। सुहावनी रुत वही है ਜਦੋਂ परमात्मा ਦੀ ਯਾਦ ਦੇ ਵਿੱਚ ਜੁੜਿਆ ਜਾਵੇ, ਪ੍ਰਭੂ ਦੇ ਨਾਮ ਦੇ ਨਾਲ ਪਿਆਰ ਪਾਇਆ ਜਾਵੇ। ਸੋ ਇਹ ਗੁਰਮਤਿ ਸਿਧਾਂਤ ਬੜੇ ਇਸ ਮਾਮਲੇ 'ਚ ਸਪਸ਼ਟ ਹਨ, ਕਲੀਅਰ ਹਨ ਕਿ ਰੁੱਤਾਂ ਦਾ ਆਪਣੇ ਆਪ ਵਿੱਚ ਕੋਈ ਜੋ ਹੈ ਸਿਵਾਏ ਮੌਸਮ ਦੀ ਤਬਦੀਲੀ ਦੇ ਹੋਰ ਕੋਈ ਮਹੱਤਵ ਨਹੀਂ ਹੈ ਇਨਸਾਨੀ ਜ਼ਿੰਦਗੀ ਦੇ ਨਾਲ। ਸਿਰਫ ਇਹੀ ਹੈ ਕਿ ਮਨੁੱਖਾ ਸਰੀਰ ਦੇ ਉੱਤੇ ਇਹ ਰੁੱਤਾਂ ਦੇ ਵੱਖ-ਵੱਖ ਮਾਹੌਲ ਦਾ ਅਸਰ ਪੈਂਦਾ ਹੈ, ਮਨ ਉਹਦਾ ਪ੍ਰਭਾਵ ਕਬੂਲ ਕਰਦਾ ਹੈ। ਪਰ ਕਿਸੇ ਖਾਸ ਰੁੱਤ ਵਿੱਚ ਕੋਈ ਖਾਸ ਕਰਮ ਕੀਤੇ ਜਾਣ ਦਾ ਕੋਈ ਮਹੱਤਵ ਹੁੰਦਾ ਹੈ ਜਾਂ ਕਿਸੇ ਖਾਸ ਰੁੱਤ ਵਿੱਚ ਕੋਈ ਕੰਮ ਅਵੋਇਡ ਕਰਨਾ ਚਾਹੀਦਾ ਹੈ, ਇਹੋ ਜਿਹੀਆਂ ਕੋਈ ਗੱਲਾਂ ਨਹੀਂ ਹਨ। ਹਰ ਸ਼ਲੋਕ ਦੇ ਅੰਦਰ, ਹਰ ਛੰਤ ਦੇ ਅੰਦਰ ਗੁਰੂ ਪਾਤਸ਼ਾਹ ਨੇ ਪ੍ਰਭੂ ਪਰਮਾਤਮਾ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਕੀਤੀ ਹੈ ਅਤੇ ਸਤਸੰਗਤ ਦੀ ਵਡਿਆਈ ਕੀਤੀ ਹੈ। ਉਹ ਇਸ ਬਾਣੀ ਦੀ ਜੋ ਸ਼ੁਰੂਆਤ ਹੈ ਉਸ ਦੇ ਪਹਿਲੇ ਹੀ ਛੰਤ ਦੇ ਅੰਦਰ ਜਿਹਦੇ 'ਚ ਜੋ ਮੰਗਲਾਚਰਨ ਦੇ ਰੂਪ ਵਿੱਚ ਜਿਹਦਾ ਗਾਇਨ ਕੀਤਾ ਗਿਆ ਹੈ, ਉਚਾਰਨ ਕੀਤਾ ਗਿਆ ਹੈ ਜਿਹੜਾ, ਉਹਦੇ ਨਾਲ ਜਿਹੜੇ 2 ਸ਼ਲੋਕ ਹਨ ਉਹਨਾਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਹੀ ਗੱਲ ਕੀਤੀ ਗਈ ਹੈ। ਤਾਂ ਆਓ ਪਹਿਲਾਂ ਇਹਨਾਂ ਸ਼ਲੋਕਾਂ ਦਾ ਅਤੇ ਪਹਿਲੇ ਛੰਤ ਦਾ ਅਸੀਂ ਪਾਠ ਕਰ ਲਈਏ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਮਕਲੀ ਮਹਿਲਾ ਪੰਜਵਾਂ ਰੁੱਤੀ। ਸ਼ਲੋਕ। पर बंधन प्रभ पार ब्रह्म बाछों साधा दूर आप निवार हर हर भजों नानक प्रभ भरपूर। पिलविक काटन तह हरन सुख सागर हर राय दीन दयाल दुख भंजनो नानक नीत ध्याए। छंद। जस गावो वड भागी हो कर कृपा भगवंत जीओ वृत्ति महा मूरत घड़ी गुण उचरत शोभावंत जीओ। गुण रंग राते धन ते जन जिनी एक मन ध्याया सफल जन्म भया तिनका जिनी सो प्रभ पाया। उन दान ना तुल क्रिया हर सरब पापा हंत जीओ बिनवंत नानक सिमर जीवा जन्म मरण रहंत जीओ। सो पहला सब तो पहला जो श्लोक है उसकी विचार करते हाँ। कर बंधन प्रभ पार ब्रह्म बाछों साधा दूर। कर करदा हाँ बंधन नमस्कार। बाछों मैं बाछदा हाँ। बाछदा का मतलब होंदा है मैं ये इच्छा करदा हाँ, मैं मंग करदा हाँ। साधा दूर साधुओं की धूड़ी। साध लफ्ज तो बहुवचन के नाल ही संबंध की ਉਹਦੇ ਅੰਦਰ ਲੁਪਤ ਹੈ ਸਾਧਾਂ ਦੀ ਧੂਰੀ। तो ਧੂਰੀ का जो अखरी अर्थ होता है मिट्टी। तो ਧੂਰੀ आम तौर पर चरणों की ਧੂੜੀ वास्ते लफ्ज वरत्या जाता है। तो अखरी अर्थ इस पंक्ति के हो जाएंगे कि मैं नमस्कार करके प्रभु परमात्मा नूं ते साधु जनों की चरण धूड़ मंगदा हाँ। ये तो आखिरी अर्थ हो गया। आवर्त इसका यही है परमात्मा के अगे मैं वंदना करदा हाँ, बेनती करदा हाँ, उसके दर तो ये मंग करदा हाँ कि हे प्रभु परमात्मा जीओ मैनू ये बख्शिश करो, मेरे ते दात मैनू ये दात दिओ कि मैनू तुहाडे प्यारियां दी तुहाडे भगतां दी संगत मिले। चरण धूड़ की गल गुरबाणी च जिथे किधरे भी आई है उसका भाव है कि जिसकी चरण धूड़ की मंग की जा रही है उसकी संगत। और संगत का भी भाव निरा सरीरक मेल की गल नहीं है, भाव है विचारां की साझ कि जिहदी संगत असी मंग कर रहे हाँ उहदे पासों जो असी गुनाह की दात हासिल कर सकते हाँ, जो ज्ञान प्राप्त कर सकते हाँ वो सानू प्राप्त होवे
ਤਾਂ ਅਸਲ ਮਾਇਨਿਆਂ ਦੇ ਵਿੱਚ ਸਾਨੂੰ ਉਹਨਾਂ ਦੀ ਚਰਨ ਧੂੜ ਦੀ ਪ੍ਰਾਪਤੀ ਹੁੰਦੀ ਹੈ। ਤੋ ਅਗਰ ਜੇ ਅਸੀਂ ਗੁਰੂ ਦੀ ਚਰਨ ਧੂੜ ਮੰਗਦੇ ਹਾਂ, ਤਾਂ ਭਾਵ ਇਹੀ ਹੈ ਕਿ ਗੁਰੂ ਦਾ ਜੋ ਉਪਦੇਸ਼ ਹੈ, ਗੁਰੂ ਦਾ ਜੋ ਗਿਆਨ ਹੈ, ਉਹ ਸਾਨੂੰ ਪ੍ਰਾਪਤ ਹੋਵੇ, ਸਾਡੇ ਹਿਰਦੇ 'ਚ ਵਸੇ, ਤਾਂ ਉਹ ਗੁਰੂ ਦੀ ਚਰਨ ਧੂੜ ਦੇ ਤੁਲ ਹੈ। ਉਹ ਉਹਨੂੰ ਮਸਤਕ ਤੇ ਲਾਇਆ ਹੈ, ਉਹ ਸਾਨੂੰ ਪ੍ਰਾਪਤ ਹੋਈ ਹੈ। ਜੇ ਸਾਧ ਸੰਗਤ ਦੀ, ਸਾਧਾਂ ਦੀ ਧੂੜ ਮੰਗੀ ਗਈ ਹੈ, ਤਾਂ ਉਹਦਾ ਵੀ ਭਾਵ ਇਹੀ ਹੈ ਕਿ ਪ੍ਰਭੂ ਦੇ ਪਿਆਰੇ ਜਿਹੜੇ ਪ੍ਰਭੂ ਦੀ ਭਗਤੀ ਵਿੱਚ ਜੁੜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਉਹਦੀ ਯਾਦ, ਉਹਦੇ ਨਾਲ ਪਿਆਰ ਦਾ ਰਿਸ਼ਤਾ ਬਣਿਆ ਹੋਇਆ ਹੈ, ਉਹਨਾਂ ਦੀ ਸੰਗਤ, ਉਹਨਾਂ ਦੀ ਜੀਵਨ ਜਾਂਚ ਸਾਨੂੰ ਵੀ ਪ੍ਰਾਪਤ ਹੋਵੇ, ਤਾਂ ਉਹ ਸਾਡੇ ਵਾਸਤੇ ਉਹਨਾਂ ਦੇ ਚਰਨਾਂ ਦੀ ਧੂੜੀ ਹੈ। ਉਹ ਫਿਜ਼ੀਕਲ ਚਰਨ ਧੂੜ ਜਾਂ ਗੁਰਦੁਆਰੇ ਦੇ ਪਾਏਦਾਨ ਦੇ ਥੱਲੋਂ ਦੀ ਮਿੱਟੀ ਕੱਢ ਕੇ ਉਹਨੂੰ ਮੱਥੇ ਤੇ ਲਾਉਣਾ, ਇਹ ਆਪਣੇ ਆਪ ਵਿੱਚ ਕੋਈ ਅਹਿਮੀਅਤ ਨਹੀਂ ਰੱਖਦਾ, ਕੋਈ ਵੈਲਿਊ ਨਹੀਂ ਰੱਖਦਾ। ਬੜੇ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਬੜੀ ਡੂੰਘੀ ਸ਼ਰਧਾ ਹੈ। ਗੁਰਦੁਆਰਿਆਂ ਦੇ ਚੋਂ ਜਿਹੜੀ ਬਾਹਰੋਂ ਗੁਰਦੁਆਰਿਆਂ ਦੇ ਐਂਟਰੀ ਦੇ ਉੱਤੇ ਜਿਹੜੀ ਮਿੱਟੀ ਹੁੰਦੀ ਹੈ, ਬੜੇ ਲੋਕੀ ਉੱਥੋਂ ਦੀ ਚਰਨ ਧੂੜ ਇਕੱਠੀ ਕਰਕੇ ਪੁੜੀਆਂ 'ਚ ਬੰਨ੍ਹ ਕੇ ਘਰ ਵੀ ਲੈ ਜਾਂਦੇ ਹਨ। ਇੱਕ ਪ੍ਰਚਾਰਕ ਨੇ ਤਾਂ ਸਟੇਜ ਦੇ ਉੱਤੇ ਚਰਨ ਧੂੜ ਨੂੰ ਪਾਣੀ 'ਚ ਘੋਲ ਕੇ ਪੀਣ ਦਾ ਵੀ ਬੜਾ ਮਹੱਤਮ ਦੱਸਿਆ, ਤੇ ਆਖੇ ਇੱਕ ਫਲਾਣੇ ਬੰਦੇ ਦੇ ਬੜਾ ਮੰਨਿਆ ਪ੍ਰਮੰਨਿਆ ਰਾਗੀ ਸੀਗਾ, ਉਹਨਾਂ ਦੇ ਆਖੇ ਔਲਾਦ ਨਹੀਂ ਸੀ ਹੁੰਦੀ, ਤੇ ਉਹਨਾਂ ਨੇ ਸੰਗਤ ਦੀ ਚਰਨ ਧੂੜ ਨੂੰ ਪਾਣੀ 'ਚ ਘੋਲ ਕੇ ਆਪਣੀ ਇਸਤਰੀ ਨੂੰ ਪਿਲਾਇਆ, ਤੇ ਉਹ ਮਤਲਬ ਹੈ ਕਿ ਉਸਦਾ ਸਦਕਾ ਉਹਨਾਂ ਦੇ ਘਰ ਬੱਚੇ ਦਾ ਜਨਮ ਹੋਇਆ। ਤੋ ਇਹ ਐਸੀਆਂ ਕਈ ਤਰ੍ਹਾਂ ਦੀਆਂ ਮਨ ਘੜਤ ਗੱਲਾਂ ਚਰਨ ਧੂੜ ਦੇ ਬਾਰੇ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ। ਸਾਡੇ ਗੁਰਦੁਆਰੇ ਦੀ ਸਟੇਜਾਂ ਤੋਂ ਵੀ ਬੋਲ ਦਿੱਤੀਆਂ ਜਾਂਦੀਆਂ ਨੇ। ਗੁਰਬਾਣੀ 'ਚੋਂ ਐਸੀ ਕੋਈ ਵੀ ਸੇਧ ਕਿਸੇ ਵੀ ਪੰਕਤੀ ਦੇ ਵਿੱਚੋਂ ਨਹੀਂ ਮਿਲਦੀ ਕਿ ਵੀ ਇਹ ਚਰਨ ਧੂੜ ਜਿਹੜੀ ਹੈ ਉਹਨੂੰ ਲੈ ਕੇ ਮਿੱਟੀ ਨੂੰ ਮੱਥੇ ਤੇ ਫਿਜ਼ੀਕਲੀ ਲਗਾਉਣ ਦਾ ਕੋਈ ਮਾਤਮ ਹੈ, ਜਾਂ ਉਹਨੂੰ ਪਾਣੀ 'ਚ ਘੋਲ ਕੇ ਪੀਣ ਦਾ ਕੋਈ ਮਾਤਮ ਹੈ। ਜਿੱਥੇ ਕਿਧਰੇ ਵੀ ਚਰਨ ਧੂੜ ਦੀ ਗੱਲ ਆਉਂਦੀ ਹੈ, ਉਹਦਾ ਭਾਵ ਅਰਥ ਹੈ ਕਿ ਜਿਹਦੀ ਚਰਨ ਧੂੜ ਦੀ ਮੰਗ ਕੀਤੀ ਜਾ ਰਹੀ ਹੈ, ਉਹਦੀ ਸੰਗਤ, ਉਹਦੇ ਪਾਸੋਂ ਗਿਆਨ ਦੀ, ਉਹਦੇ ਪਾਸੋਂ ਜੀਵਨ ਜਾਚ ਦੀ ਦਾਤ ਜਿਹੜੀ ਹੈ, ਉਹ ਮੰਗ ਕਰਨ ਵਾਲੇ ਨੂੰ ਪ੍ਰਾਪਤ ਹੋਵੇ, ਤਾਂ ਇਹ ਚਰਨ ਧੂੜ ਉਸ ਤੋਂ ਲਈ ਹੋਈ, ਪ੍ਰਾਪਤ ਕੀਤੀ ਹੋਈ ਮੰਨੀ ਜਾਂਦੀ ਹੈ। ਉਹ ਬਾਛੋਂ ਸਾਧਾਂ ਧੂੜ, ਮੈਂ ਸਾਧੂ ਜਨਾਂ ਦੀ, ਪ੍ਰਭੂ ਦੇ ਭਗਤਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਭਾਵ ਉਹਨਾਂ ਦੀ ਸੰਗਤ ਮੰਗਦਾ ਹਾਂ, ਤਾਂ ਕਿ ਕੀ ਹੋ ਸਕੇ ਕਿ ਆਪ ਨਿਵਾਰ ਹਰ ਹਰ ਭਜੋਂ ਨਾਨਕ ਪ੍ਰਭ ਭਰਪੂਰ, ਤਾਂ ਕਿ ਆਪ ਨਿਵਾਰ, ਆਪਾ ਭਾਵ ਨਿਵਾਰ ਕੇ, ਮੈਂ ਆਪਣੇ ਅੰਦਰੋਂ ਜਿਹੜਾ ਮੇਰੀ ਦੀ ਭਾਵਨਾ ਹੈ, ਜੋ ਹਉਮੈ ਹੈ, ਉਹਨੂੰ ਮੈਂ ਆਪਣੇ ਅੰਦਰੋਂ ਨਿਵਾਰਨ ਕਰ ਸਕਾਂ, ਮੈਂ ਉਹਦਾ ਨਾਸ਼ ਕਰ ਲਵਾਂ, ਆਪਣੇ ਅੰਦਰੋਂ ਉਹਨੂੰ ਕੱਢ ਦਿਆਂ, ਤੇ ਉਸ ਹਰ ਹਰ ਭਜੋਂ, ਹਰੀ ਦੇ ਨਾਮ ਨੂੰ ਮੈਂ ਦਾ ਭਜਨ ਕਰਾਂ, ਜੋ ਪ੍ਰਮਾਤਮਾ ਭਰਪੂਰ ਹੈ, ਸਰਵ ਵਿਆਪਕ ਹੈ। ਸੋ ਬੜੇ ਸਪਸ਼ਟ ਗੁਰਮਤਿ ਦੇ ਸਿਧਾਂਤ ਇਸ ਸ਼ਲੋਕ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਸਮਝਾਏ ਹਨ ਕਿ ਪ੍ਰਭੂ ਪਰਮਾਤਮਾ ਹੈ ਜੋ ਸਰਵ ਵਿਆਪਕ ਹੈ। ਕਿਸੇ ਇੱਕ ਥਾਂ ਤੇ ਟਿਕਿਆ ਹੋਇਆ, ਕਿਸੇ ਇੱਕ ਮੰਦਰ 'ਚ ਰਹਿਣ ਵਾਲਾ, ਕਿਸੇ ਇੱਕ ਮਸਜਿਦ 'ਚ ਰਹਿਣ ਵਾਲਾ, ਕਿਸੇ ਇੱਕ ਮੂਰਤੀ ਦੇ ਰੂਪ ਵਿੱਚ ਹੋਣ ਵਾਲਾ ਪਰਮਾਤਮਾ ਨਹੀਂ ਹੈ। ਉਹ ਪਰਮਾਤਮਾ ਜੋ ਭਰਪੂਰ ਹੈ, ਸਭ ਥਾਈਂ ਮੌਜੂਦ ਹੈ, ਸਰਵ ਵਿਆਪਕ ਹੈ। ਤੋ ਐਸੇ ਪ੍ਰਭੂ ਪਰਮਾਤਮਾ ਦਾ ਮੈਂ ਨਾਮ ਭਜਾਂ, ਉਹਦੇ ਯਾਦ ਮੈਂ ਹਿਰਦੇ 'ਚ ਵਸਾਵਾਂ। ਇਹ ਉਹ ਮੁਮਕਿਨ ਤਾਂ ਹੋ ਸਕਦਾ ਹੈ ਜੇ ਮੈਂ ਆਪਣੇ ਅੰਦਰੋਂ ਆਪਾ ਭਾਵ, ਹਉਮੈ ਦੀ ਭਾਵਨਾ, ਹੰਕਾਰ ਦੀ ਭਾਵਨਾ ਨੂੰ ਦੂਰ ਕਰਾਂ, ਤੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਾਂ, ਉਹਨਾਂ ਪਾਸੋਂ ਇਹ ਪ੍ਰਭੂ ਦੀ ਭਗਤੀ ਕਰਨ ਦੀ, ਪ੍ਰਭੂ ਦਾ ਨਾਮ ਜਪਣ ਦੀ ਜੀਵਨ ਜਾਚ ਸਿੱਖਾਂ। ਇਸ ਸਭ ਕੰਮ ਵਾਸਤੇ, ਇਸ ਪ੍ਰਾਪਤੀ ਵਾਸਤੇ, ਇਸ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਪ੍ਰਭੂ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹਾਂ, ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ ਕਿ ਇਹ ਦਾਤ ਮੈਨੂੰ ਪ੍ਰਭੂ ਬਖਸ਼ਿਸ਼ ਕਰਕੇ ਆਪ ਮੈਨੂੰ ਇਹ ਦਾਤ ਦੇਵੇ ਕਿ ਮੈਂ ਪ੍ਰਭੂ ਦਾ ਨਾਮ ਜਪ ਸਕਾਂ। ਅਗਲੇ ਸ਼ਲੋਕ ਦੇ ਅੰਦਰ ਹੁਣ ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਕਿਲਵਿਖ ਕਾਟਨ ਭੈ ਹਰਨ ਸੁਖ ਸਾਗਰ ਹਰ ਰਾਏ, ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ। ਕਿਲਵਿਖ ਦਾ ਅਖਰੀ ਅਰਥ ਹੈ ਪਾਪ। ਕਿਲਵਿਖ ਕਾਟਨ ਪਾਪਾਂ ਨੂੰ ਕੱਟਣ ਵਾਲਾ। ਭੈ ਦਾ ਅਰਥ ਹੈ ਡਰ। ਭੈ ਹਰਨ ਡਰ ਨੂੰ ਦੂਰ ਕਰਨ ਵਾਲਾ। ਸੁਖ ਸਾਗਰ ਸੁੱਖਾਂ ਦਾ ਸਾਗਰ।
ਸੁਖ ਜਿਹੜਾ ਹੈ ਖੱਖਾ ਮੁਕਤਾ ਆਇਆ ਹੈ, ਬਹੁਵਚਨ ਦਾ ਸੂਚਕ ਹੈ। ਸੁੱਖਾਂ ਦਾ ਸਾਗਰ, ਜੇ ਇੱਕ ਸੁੱਖ ਦਾ ਵੀ ਸਾਗਰ ਹੁੰਦਾ ਤਾਂ ਵੀ ਕਿਉਂਕਿ ਉਹ ਦਾ ਸੰਬੰਧਕ ਹੈ ਤੇ ਉਹਨੇ ਫਿਰ ਵੀ ਉੱਥੇ ਔਂਕੜ ਨੇ ਉੱਡ ਜਾਣਾ ਸੀਗਾ ਤੇ ਸੁਖ ਦਾ ਸਾਗਰ ਵੀ ਹੋ ਜਾਂਦਾ। ਪਰ ਸਾਗਰ ਦਾ ਜੋ ਰਾਰਾ ਹੈ ਉਹ ਵੀ ਮੁਕਤਾ ਆਇਆ ਹੈ। ਤੋ ਇਹ ਬਹੁਵਚਨ ਦਾ ਇਹ ਵੀ ਬਣ ਗਿਆ ਹੈ ਲਫ਼ਜ਼। ਤੋ ਇੱਥੇ ਬਹੁਤ ਸਾਰੇ ਸਾਗਰਾਂ ਦੀ ਗੱਲ ਜਿਹੜੀ ਹੈ ਉਹ ਆ ਰਹੀ ਹੈ ਕਿ ਹਰੀ ਪਰਮਾਤਮਾ ਜਿਹੜਾ ਹੈ ਉਹ ਸਾਰੇ ਸੁੱਖਾਂ ਦੇ ਸਾਗਰਾਂ ਦੇ ਬਹੁਤ ਸਾਰੇ ਸਾਗਰਾਂ ਦੇ ਤੁੱਲ ਹੈ। ਉਹ ਜਿੰਨੇ ਵੀ ਸਾਗਰ ਗਿਣੇ ਜਾਣ ਉਹ ਸਭ ਦੇ ਤੁੱਲ ਇੱਕ ਪਰਮਾਤਮਾ ਦਾ ਨਾਮ ਹੈ। ਇਹ ਭਾਵ ਇੱਥੋਂ ਸਾਨੂੰ ਮਿਲਦਾ ਹੈ ਕਿ ਜਿੰਨੇ ਵੀ ਬਹੁਤੇ ਸਾਗਰ ਜਿਹੜੇ ਨੇ ਸਾਰਿਆਂ ਦਾ ਸਮੁੱਚਾ ਜੋ ਕੋਈ ਅਗਰ ਕਿਸੇ ਕਿਸਮ ਦਾ ਕੋਈ ਮਾਤਮ ਕੋਈ ਵੈਲਿਊ ਹੈ ਤਾਂ ਉਹ ਸਭ ਦੇ ਤੁੱਲ ਸਭ ਦੇ ਬਰਾਬਰ ਉਹਨਾਂ ਦੇ ਉੱਤੇ ਹਰੀ ਪਰਮਾਤਮਾ ਹੈ। ਉਹ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ, ਸਾਰੇ ਡਰਾਂ ਨੂੰ ਦੂਰ ਕਰਨ ਵਾਲਾ ਹੈ, ਸੁੱਖਾਂ ਦੇ ਸਮੁੰਦਰ ਰੂਪ ਹੈ ਉਹ ਪ੍ਰਭੂ ਪਰਮਾਤਮਾ। ਔਰ ਉਸ ਦੀ ਸਿਫਤ ਕਰਦੇ ਹੋਇਆ ਕਹਿੰਦੇ ਹਨ ਦੀਨ ਦਿਆਲ। ਦੀਨ ਦਾ ਅਰਥ ਹੁੰਦਾ ਹੈ ਉਹ ਜੋ ਨਿਮਾਣਾ ਗਰੀਬ, ਜਿਹਦੇ ਕੋਲ ਕੋਈ ਤਾਕਤ ਨਾ ਹੋਵੇ, ਜਿਹੜਾ ਵਿਚਾਰਾ ਬਿਲਕੁਲ ਹੀ ਨਿਮਾਣਾ ਬੰਦਾ ਹੋਵੇ, ਜਿਹਦੇ ਕੋਲ ਕੋਈ ਵਸੀਲੇ ਨਾ ਹੋਣ, ਉਹ ਐਸੇ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਅਤੇ ਦੁੱਖ ਭੰਜਨੋਂ, ਦੁੱਖਾਂ ਨੂੰ ਭੰਜਨ ਵਾਲਾ। ਭੰਜਨ ਦਾ ਅਰਥ ਹੁੰਦਾ ਹੈ ਤੋੜ ਦੇਣਾ, ਨਾਸ਼ ਕਰ ਦੇਣਾ। ਦੀਨਾਂ ਤੇ ਦਇਆ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ, ਨਾਨਕ ਨੀਤ ਧਿਆਏ। तो प्रभु पातशाह ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸਾਰੇ ਸੁੱਖਾਂ ਦਾ ਸਮੁੰਦਰ ਹੈ, ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ, ਉਹਨਾਂ ਦੇ ਸਾਰੇ ਦੁੱਖ ਨਾਸ਼ ਕਰਨ ਵਾਲਾ ਹੈ। ਇਹ ਨਾਨਕ ਉਸ ਨੂੰ ਨੀਤ ਧਿਆਏ, ਸਦਾ ਸਦਾ ਹਰ ਰੋਜ਼ ਉਹਦਾ ਧਿਆਨ ਧਰ, ਉਹਦੀ ਯਾਦ ਨੂੰ ਹਿਰਦੇ ਦੇ ਵਿੱਚ ਵਸਾ, ਉਹਦਾ ਧਿਆਨ ਆਪਣੀ ਸੁਰਤ ਦੇ ਵਿੱਚ ਟਿਕਾ ਲੈ। ਇਹ ਦੋਨਾਂ ਸ਼ਲੋਕਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਪ੍ਰਭੂ ਦੀ ਸਿਫਤ ਸਲਾਹ ਵੀ, ਪ੍ਰਭੂ ਦੇ ਗੁਣ ਵੀ ਇਹਦੇ 'ਚ ਬਿਆਨ ਕੀਤੇ ਗਏ ਹਨ। ਹੁਣ ਅੱਗੇ ਛੰਤ ਦੇ ਅੰਦਰ ਵੀ ਜੋ ਹੈ ਇਸੇ ਪ੍ਰਕਾਰ ਦੇ ਹੀ ਵਿਚਾਰ ਸਾਨੂੰ ਅੱਗੇ ਮਿਲਦੇ ਹਨ। ਜਸ ਗਾਵੋ ਵਡਭਾਗੀ ਹੋ, ਕਰ ਕਿਰਪਾ ਭਗਵੰਤ ਜੀ। ਇਹ ਹੈ ਵੱਡੇ ਭਾਗਾਂ ਵਾਲਿਓ, ਵਡਭਾਗੀ ਹੋ ਸੰਬੋਧਨ ਹੈ ਕਿ ਵੱਡੇ ਭਾਗਾਂ ਵਾਲਿਓ ਜਸ ਗਾਵੋ, ਤੁਸੀਂ ਸਿਫਤ ਸਲਾਹ ਕਰੋ, ਉਹਦੀ ਵਡਿਆਈ ਕਰੋ, ਉਹਦੀ ਵਡਿਆਈ ਦੇ ਗੀਤ ਗਾਓ। ਕਰ ਕਿਰਪਾ ਭਗਵੰਤ ਜੀਓ, ਤੇ ਅੱਗੇ ਬੇਨਤੀ ਹੈ ਕਿ हे ਪ੍ਰਭੂ ਪਰਮਾਤਮਾ, हे ਭਗਵੰਤ, हे ਜੀਓ, ਮੇਰੇ ਉੱਤੇ ਵੀ ਇਹ ਕਿਰਪਾ ਕਰੋ ਕਿ ਮੈਂ ਵੀ ਤੁਹਾਡੇ ਗੁਣ ਗਾ ਸਕਾਂ, ਮੈਂ ਵੀ ਤੁਹਾਡਾ ਜਸ ਗਾਉਂਦਾ ਰਵਾਂ। ਵੱਡਿਆਂ ਭਾਗਾਂ ਵਾਲਿਆਂ ਨੂੰ ਸੰਬੋਧਨ ਕਰਕੇ ਵੀ ਆਖਿਆ ਗਿਆ ਹੈ ਕਿ ਤੁਸੀਂ ਉਸ ਪਰਮਾਤਮਾ ਦੀ ਵਡਿਆਈ ਦੇ ਗੀਤ ਗਾਉਂਦੇ ਰਹੋ। ਤੇ ਪਰਮਾਤਮਾ ਅੱਗੇ ਵੀ ਬੇਨਤੀ ਕਰਕੇ ਆਖਦੇ ਹਨ, ਕਰ ਕਿਰਪਾ ਭਗਵੰਤ ਜੀਓ। ਭਗਵੰਤ ਜੀਓ ਪ੍ਰਭੂ ਪਰਮਾਤਮਾ ਵਾਸਤੇ ਸੰਬੋਧਨ ਰੂਪ ਵਿੱਚ ਹੈ, हे ਪਰਮਾਤਮਾ ਜੀਓ, ਮੇਰੇ ਉੱਤੇ ਵੀ ਇਹ ਕਿਰਪਾ ਕਰੋ ਕਿ ਮੈਂ ਵੀ ਤੁਹਾਡੇ ਜਸ ਗਾਉਂਦਾ ਰਵਾਂ, ਮੈਂ ਤੁਹਾਡੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਵਾਂ। ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਰੁੱਤੀ ਮਾਹਾ ਮੂਰਤ ਘੜੀ, ਗੁਣ ਉਚਰਤ ਸ਼ੋਭਾਵੰਤ ਜੀ। ਉਹ ਰੁੱਤਾਂ, ਉਹ ਮਹੀਨੇ, ਉਹ ਮੂਰਤ, ਉਹ ਘੜੀਆਂ। ਉਹ ਰੁੱਤਾਂ ਹੋ ਗਈਆਂ 2-2 ਮਹੀਨੇ ਦੀਆਂ, ਮਾਹ ਦਾ ਮਤਲਬ ਹੋ ਗਿਆ ਮਹੀਨਾ, ਮੂਰਤ ਇੱਕ ਇਹ ਵੀ ਸਮੇਂ ਦੀ ਇੱਕ ਮੇਜਰਮੈਂਟ ਹੈ ਜਿਹੜਾ ਕਿ ਥੋੜਾ ਜਿਹਾ ਸਮਾਂ ਹੁੰਦਾ ਹੈ। ਘੜੀ ਵੀ ਸਮੇਂ ਦੀ ਮੇਜਰਮੈਂਟ ਹੈ ਜੋ ਤਕਰੀਬਨ 24 ਮਿੰਟ ਦੀ ਹੁੰਦੀ ਹੈ। ਉਹ ਇਸ ਭਾਵ ਇਹ ਹੈ ਕਿ ਸਮੇਂ ਦੀ ਕੋਈ ਵੀ ਵੰਡ ਹੋਵੇ, ਵੱਡਾ ਸਮਾਂ ਛੋਟਾ ਸਮਾਂ, ਉਹੀ ਸ਼ੋਭਾਵੰਤ ਹੈ, ਉਹੀ ਚੰਗਾ ਹੈ ਸਮਾਂ ਜਿਹਦੀ ਸਿਫਤ ਕਰਨੀ ਬਣਦੀ ਹੈ, ਜਿਹਦੇ ਦੇ ਵਿੱਚ ਗੁਣ ਉਚਰਤ, ਜਿਹਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ। ਉਹ ਸਮਾਂ ਹੀ ਸ਼ੋਭਾ ਵਾਲਾ ਹੁੰਦਾ ਹੈ, ਵਡਿਆਈ ਕਰਨ ਯੋਗ ਹੁੰਦਾ ਹੈ। ਭਾਵ ਚੰਗਾ ਸਮਾਂ ਉਹੀ ਹੁੰਦਾ ਹੈ ਜਿਹੜਾ ਸਮਾਂ ਪ੍ਰਭੂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤੇ, ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਜਿਹੜਾ ਸਮਾਂ ਬੀਤ ਜਾਏ, ਉਹ ਸਮਾਂ ਹੀ ਵਡਭਾਗਾ ਹੈ, ਸ਼ੋਭਾਵੰਤ ਹੈ, ਸੋਹਣਾ ਹੈ, ਚੰਗਾ ਸਮਾਂ ਹੈ।
ਹੁਣ ਅੱਗੇ ਗੱਲ ਕਰਦੇ ਹਨ ਗੁਣ ਗਾਣ ਵਾਲਿਆਂ ਦੀ ਗੱਲ। ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ। ਜਿਹੜੇ ਗੁਣਾਂ ਦੇ ਰੰਗ ਦੇ ਵਿੱਚ ਰੱਤੇ ਹੋਏ, ਭਾਵ ਪਰਮਾਤਮਾ ਦੀ ਸਿਫਤ ਸਲਾਹ ਦੇ ਪਿਆਰ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਰੰਗ ਲਫ਼ਜ਼ ਜਿਹੜਾ ਹੈ ਹਮੇਸ਼ਾ ਗੁਰਬਾਣੀ ਦੇ ਅੰਦਰ, ਮਤਲਬ ਹਮੇਸ਼ਾ ਤਾਂ ਨਹੀਂ, ਬਹੁਤਾਤ ਵਿੱਚ ਪਿਆਰ ਦੇ ਅਰਥਾਂ ਦੇ ਵਿੱਚ ਆਇਆ ਹੈ। ਤੇ ਜਿੱਥੇ ਰੰਗ ਰੱਤੇ ਦੀ ਗੱਲ ਆਈ ਹੈ ਉੱਥੇ ਵੀ ਆਇਆ ਹੈ ਕਿ ਪਿਆਰ ਦੇ ਰੰਗ ਵਿੱਚ ਰੱਤੇ ਹੋਏ। ਤੋ ਪਿਆਰ ਪ੍ਰਭੂ ਦੇ ਪਿਆਰ ਦੀ, ਰਾਤੇ ਦਾ ਮਤਲਬ ਹੁੰਦਾ ਹੈ ਰੰਗਿਆ ਹੋਇਆ, ਤੇ ਰੰਗ ਦੇ ਵਿੱਚ, ਰੰਗ ਦੇ ਗੱਗੇ ਨੂੰ ਸਿਆਰੀ ਹੈ ਰੰਗ ਦੇ ਵਿੱਚ। ਸੋ ਸਿਫਤ ਸਲਾਹ ਦੇ ਪਿਆਰ ਦੇ ਰੰਗ ਦੇ ਵਿੱਚ ਰੰਗੇ ਹੋਏ ਉਹ ਜਨ ਧਨ ਹਨ। ਧਨ ਤੇ ਜਨ, ਤੇ ਬਹੁਵਚਨ ਦਾ ਹੈ ਸੂਚਕ। ਤੋ ਉਹ ਜਨ, ਉਹ ਲੋਕ ਧਨ ਹਨ, ਉਹ ਬੰਦੇ ਧਨ ਹਨ, ਇਹਨਾਂ ਬੰਦਿਆਂ ਨੇ ਜਿਨੀ ਇੱਕ ਮਨ ਧਿਆਇਆ, ਇੱਕ ਮਨ ਹੋ ਕੇ, ਇਕਾਗਰ ਚਿਤ ਹੋ ਕੇ ਉਸ ਪ੍ਰਭੂ ਦਾ ਧਿਆਨ ਧਰਿਆ ਹੈ, ਆਪਣੀ ਸੁਰਤ ਦੇ ਵਿੱਚ ਪ੍ਰਭੂ ਦਾ ਧਿਆਨ ਕੀਤਾ ਹੈ। ਤੋ ਜਿਹੜੇ ਵੀ ਇਨਸਾਨ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਹਨ, ਉਹਦੇ ਨਾਲ ਪਿਆਰ ਪਾਉਂਦੇ ਹਨ ਅਤੇ ਇੱਕ ਇਕਾਗਰ ਚਿਤ ਹੋ ਕੇ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਬੰਦੇ ਵੀ ਧਨਤਾ ਦੇ ਯੋਗ ਹਨ। ਹੋਰ ਉਹਨਾਂ ਦੀ ਵਡਿਆਈ ਕਰਦਿਆਂ ਹੋਇਆ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਸਫਲ ਜਨਮ ਭਇਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ। ਉਹਨਾਂ ਇਨਸਾਨਾਂ ਦਾ, ਉਹਨਾਂ ਬੰਦਿਆਂ ਦਾ ਮਾਨੋ ਜਨਮ ਹੀ ਸਫਲ ਹੋ ਗਿਆ ਹੈ, ਉਹਨਾਂ ਦੇ ਜੀਵਨ ਦਾ ਮਨੋਰਥ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਕਿਹਨਾਂ ਨੂੰ? ਜਿਨੀ ਸੋ ਪ੍ਰਭ ਪਾਇਆ, ਜਿਨ੍ਹਾਂ ਦਾ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਤੇ ਪ੍ਰਭੂ ਮਿਲਾਪ ਦਾ ਸਾਧਨ ਜਿਹੜਾ ਹੈ ਉਹ ਉਹਨਾਂ ਨੇ ਉੱਪਰ ਬਿਆਨ ਕਰ ਦਿੱਤਾ ਹੈ ਕਿ ਜੀਵਨ ਦਾ ਸਮਾਂ ਉਹੀ ਸੁਹਾਵਣਾ ਹੈ ਜਿਸ ਸਮੇਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਇਸੇ ਲਈ ਸ਼ੁਰੂਆਤ ਦੇ ਵਿੱਚ ਵੀ ਪ੍ਰੇਰਨਾ ਕੀਤੀ ਹੈ ਕਿ ਵੱਡਿਆਂ ਭਾਗਾਂ ਵਾਲਿਓ ਤੁਸੀਂ ਜਸ ਗਾਓ। हे ਪ੍ਰਭੂ ਜੀ, ਮੇਰੇ ਤੇ ਵੀ ਕਿਰਪਾ ਕਰੋ ਕਿ ਮੈਂ ਤੁਹਾਡੇ ਜਸ ਗਾਉਂਦਾ ਰਵਾਂ, ਤੁਹਾਡੀ ਵਡਿਆਈ ਗਾਵਾਂ। ਸਮਾਂ ਉਹੀ ਸੁਹਾਵਣਾ ਹੈ ਜਦੋਂ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਜਿਹੜੇ ਗੁਣਾਂ ਦੇ ਪਿਆਰ ਦੇ ਵਿੱਚ ਰੰਗੇ ਹੋਏ ਇੱਕ ਮਨ ਇੱਕ ਚਿਤ ਹੋ ਕੇ ਪ੍ਰਭੂ ਦਾ ਧਿਆਨ ਕਰਦੇ ਹਨ, ਉਹ ਇਨਸਾਨ ਧਨ ਹਨ। ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ, ਜਿਨ੍ਹਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਤੇ ਮਿਲਾਪ ਹੁੰਦਾ ਹੈ ਇਸ ਤਰੀਕੇ ਦੇ ਨਾਲ ਹੀ ਜੋ ਉੱਪਰ ਬਿਆਨ ਕੀਤਾ ਹੈ। ਜਿਹੜੇ ਪਿਆਰ ਦੇ ਰੰਗ ਵਿੱਚ ਰੰਗੇ ਜਾ ਕੇ ਪ੍ਰਭੂ ਦਾ ਇੱਕ ਚਿਤ, ਇੱਕ ਮਨ ਇੱਕ ਚਿਤ ਹੋ ਕੇ ਧਿਆਨ ਧਰਦੇ ਹਨ, ਉਹਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਨ। ਇਹ ਤਰੀਕਾ ਹੈ ਜਨਮ ਸਫਲ ਕਰਨ ਦਾ। ਇਸ ਤੋਂ ਅੱਗੇ ਫਿਰ ਅਗਲੀ ਪੰਕਤੀ 'ਚ ਗੱਲ ਫਰਮਾਉਂਦੇ ਹਨ ਜੀ, ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ। ਕਿ ਜੀਵਨ ਦੇ ਵਿੱਚ ਕੀਤਾ ਹੋਇਆ ਕੋਈ ਵੀ ਪੁੰਨ ਦਾਨ ਤੇ ਕੋਈ ਵੀ ਕਿਰਿਆ ਕਾਂਡ, ਕਰਮ ਕਾਂਡ ਜਿਹੜਾ ਹੈ ਉਹ ਉਸਦੇ ਬਰਾਬਰ ਨਹੀਂ ਹੈ ਪਰਮਾਤਮਾ ਦੇ। ਪ੍ਰਭੂ ਦੇ ਨਾਮ ਦੇ ਤੁਲ ਕੋਈ ਵੀ ਕਰਮ ਕਾਂਡ ਨਹੀਂ ਹੈ, ਕੋਈ ਪੁੰਨ ਦਾਨ ਵੀ ਉਹਦੇ ਬਰਾਬਰੀ ਕਰਨ ਵਾਲਾ ਨਹੀਂ ਹੈ। ਕੋਈ ਧਾਰਮਿਕ ਕਿਰਿਆ ਕਰਮ ਜਿਹੜਾ ਹੈ ਉਸਦੇ ਬਰਾਬਰੀ ਨਹੀਂ ਕਰ ਸਕਦਾ। ਸੋ ਪ੍ਰਭੂ ਦਾ ਨਾਮ ਜਪਣਾ ਜਿਹੜਾ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ। ਹਰੀ ਦਾ ਨਾਮ ਜਿਹੜਾ ਹੈ ਉਹ ਸਾਰੇ ਪਾਪਾਂ ਦਾ ਹੰਤ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ। ਉਹਨਾਂ ਨੂੰ ਸਮਾਪਤੀ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਔਰ ਉਹਦੇ ਤੁਲ ਕੋਈ ਕਿਸੇ ਕਿਸਮ ਦਾ ਕੋਈ ਪੁੰਨ ਦਾਨ ਜਾਂ ਕੋਈ ਧਾਰਮਿਕ ਕਰਮ ਕਾਂਡ ਉਹਦੀ ਬਰਾਬਰੀ ਨਹੀਂ ਕਰ ਸਕਦਾ। ਜੋ ਉੱਪਰ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਜੋ ਤਰੀਕਾ ਹੈ, ਉੱਥੇ ਵੀ ਇੱਕ ਮਨ ਇੱਕ ਚਿਤ ਹੋ ਕੇ ਪ੍ਰਭੂ ਦੇ ਨਾਮ ਦੇ ਨਾਲ ਸੁਰਤ ਜੋੜਨ ਦੀ ਗੱਲ ਕੀਤੀ ਗਈ ਹੈ। ਤੇ ਉਹ ਨਾਮ ਦੀ ਵਡਿਆਈ ਕਰਦਿਆਂ ਹੋਇਆ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਹੋਰ ਕੋਈ ਵੀ ਧਾਰਮਿਕ ਕਰਮ ਕਾਂਡ ਜਿਹੜਾ ਹੈ, ਜਿੰਨੇ ਵੀ ਪ੍ਰਚਲਿਤ ਸਨ ਉਸ ਸਮਾਜ ਵਿੱਚ ਉਸ ਵੇਲੇ, ਅਤੇ ਪੁੰਨ ਦਾਨ ਦਾ ਖਾਸ ਤੌਰ ਤੇ ਮਹੱਤਵ ਮੰਨਿਆ ਜਾਂਦਾ ਸੀਗਾ। ਇਹ ਪੁੰਨ ਦਾਨ ਵੀ ਖਾਸ ਤੌਰ ਦੇ ਉੱਤੇ ਮੰਨੇ ਜਾਂਦੇ ਸਨ ਕਿ ਕਿਸੇ ਕਿਸੇ ਖਾਸ ਜਗ੍ਹਾ ਤੇ ਜਾ ਕੇ ਖਾਸ ਦਿਹਾੜੀਆਂ ਤੇ ਦਿਨਾਂ ਦੇ ਉੱਤੇ ਜਿਹੜੇ ਪੁਰਬ ਹਨ, ਉਚੇਚੇ ਤੌਰ ਦੇ ਉੱਤੇ ਉਹਨਾਂ ਪੁਰਬਾਂ ਦੇ ਉੱਤੇ ਦਾਨ ਦੀ ਕਿਰਿਆ ਕੀਤੀ ਜਾਵੇ, ਉਹਦਾ ਮਹੱਤਵ ਜ਼ਿਆਦਾ ਮੰਨਿਆ ਜਾਂਦਾ ਸੀਗਾ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹਨਾਂ ਸਭ ਚੀਜ਼ਾਂ ਦਾ
ਜਾਂ ਕੁਝ ਵੀ ਕਿਸੇ ਵੀ ਢੰਗ ਦੇ ਨਾਲ ਜਿੰਨਾ ਵੀ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਤੁਸੀਂ ਕਰਮ ਕਾਂਡ ਕਰ ਲਵੋ, ਵਧੀਆ ਤੋਂ ਵਧੀਆ ਮੌਕੇ ਦੇ ਉੱਤੇ ਪੁੰਨ ਦਾਨ ਕਰ ਲਵੋ, ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਇਹਨਾਂ ਦੀ ਬਰਾਬਰੀ ਹੋ ਹੀ ਨਹੀਂ ਸਕਦੀ। ਇਹਨਾਂ ਦੇ ਪ੍ਰਭੂ ਦੇ ਨਾਮ ਦੇ ਸਾਹਮਣੇ ਇਹਨਾਂ ਦੀ ਕੋਈ ਵੈਲਿਊ ਹੀ ਨਹੀਂ ਹੈ। ਪ੍ਰਭੂ ਦਾ ਨਾਮ ਹੀ ਹੈ ਜੋ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਬਾਕੀ ਕਿਰਿਆਵਾਂ ਦੇ ਨਾਲ ਜੋ ਮਨ ਦੀ ਅਵਸਥਾ ਹੈ ਉਹਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ। ਪਾਪ ਨਾਸ਼ ਕਿਵੇਂ ਹੁੰਦੇ ਹਨ? ਪਾਪ ਜਿਹੜੇ ਹਨ, ਜੋ ਵੀ ਅਸੀਂ ਮਾੜੇ ਕਰਮ ਕਰਦੇ ਹਾਂ, ਗਲਤ ਕੰਮ ਕਰਦੇ ਹਾਂ, ਅਸੂਲ ਤੋਂ ਉਲਟ ਕੰਮ ਕਰਦੇ ਹਾਂ, ਕਿਸੇ ਦੇ ਨਾਲ ਨਫ਼ਰਤ, ਕਿਸੇ ਦਾ ਨਾਲ ਧੋਖਾ ਜਾਂ ਠੱਗੀ ਕਰਦੇ ਹਾਂ, ਉਹ ਸਾਰੇ ਜਿਹੜੇ ਵੀ ਅਸੀਂ ਕਰਮ ਕਰਦੇ ਹਾਂ ਉਹ ਆਪਣਾ ਪ੍ਰਭਾਵ ਸਾਡੇ ਮਨ ਦੇ ਉੱਤੇ ਛੱਡਦੇ ਹਨ। ਉਹਦੀ ਜਿਵੇਂ ਲਾਗ ਲੱਗ ਜਾਂਦੀ ਹੈ, ਜਿਵੇਂ ਸਾਡੇ ਮਨ ਨੂੰ ਉਹਨਾਂ ਦੀ ਲਾਗ ਲੱਗ ਜਾਂਦੀ ਹੈ, ਤਾਂ ਉਹਨਾਂ ਦਾ ਪ੍ਰਭਾਵ, ਉਹਨਾਂ ਦਾ ਅਸਰ ਸਾਡੇ ਮਨ ਦੇ ਉੱਤੇ ਉਹ ਪੱਕਾ ਬਣਿਆ ਰਹਿੰਦਾ ਹੈ। ਤੇ ਕੇਵਲ ਪ੍ਰਭੂ ਦਾ ਨਾਮ ਹੀ ਹੈ ਜੋ ਸਾਡੇ ਮਨ ਦੇ ਵਿੱਚੋਂ ਇਸ ਲਾਗ ਨੂੰ, ਇਸ ਪਾਪਾਂ ਦੇ ਅਸਰ ਨੂੰ ਮਿਟਾ ਕੇ ਸਾਡੀ ਮਨ ਦੀ ਅਵਸਥਾ ਨੂੰ ਉੱਚਾ ਕਰ ਸਕਦਾ ਹੈ। ਇਹਨਾਂ ਔਗਣਾਂ ਨੂੰ ਸਾਡੇ ਮਨ ਦੇ ਅੰਦਰੋਂ ਕੱਢ ਕੇ ਤੇ ਉਹਦੇ ਅੰਦਰ ਪ੍ਰਭੂ ਪਰਮਾਤਮਾ ਦੇ ਗੁਣ ਉਹਨਾਂ ਦੀ ਥਾਵੇਂ ਟਿਕਾ ਸਕਦਾ ਹੈ। ਬਾਕੀ ਜਿੰਨੇ ਵੀ ਸਰੀਰਕ ਕਰਮ ਕਾਂਡ ਹਨ, ਪੁੰਨ ਦਾਨ ਹਨ, ਇਹਨਾਂ ਦੇ ਵਿੱਚ ਮਨ ਦੀ ਅਵਸਥਾ ਦੇ ਵਿੱਚ ਕੋਈ ਤਬਦੀਲੀ ਆਉਂਦੀ ਨਹੀਂ ਹੈ। ਤੋ ਇਸ ਕਰਕੇ ਉਹ ਪਾਪਾਂ ਦਾ ਜਿਹੜਾ ਲਾਗ ਹੈ, ਜਿਹੜਾ ਅਸਰ ਹੈ, ਉਹ ਉੱਥੇ ਦਾ ਉੱਥੇ ਕਾਇਮ ਰਹਿੰਦਾ ਹੈ। ਜਿੰਨੇ ਮਾੜੇ ਕਰਮ ਅਸੀਂ ਕੀਤੇ ਹੁੰਦੇ ਹਨ ਉਹ ਸੰਸਕਾਰ ਮਨ ਦੇ ਅੰਦਰ ਬਣੇ ਰਹਿੰਦੇ ਹਨ। ਤੋ ਕੇਵਲ ਪ੍ਰਭੂ ਦਾ ਨਾਮ ਹੀ ਹੈ ਜੋ ਸਾਡੇ ਅੰਦਰੋਂ ਇਹਨਾਂ ਪਾਪਾਂ ਦੇ ਅਸਰ ਨੂੰ ਕੱਢ ਕੇ, ਸੰਸਕਾਰਾਂ ਨੂੰ ਕੱਟ ਕੇ ਪ੍ਰਭੂ ਦੀ ਵਡਿਆਈਆਂ, ਸਿਫਤ ਸਲਾਹ, ਪ੍ਰਭੂ ਦੇ ਗੁਣ ਸਾਡੇ ਹਿਰਦੇ ਦੇ ਅੰਦਰ ਟਿਕਾਉਂਦਾ ਹੈ। ਤੋ ਇਸ ਲਈ ਇਹ ਪੁੰਨ ਦਾਨ ਅਤੇ ਧਾਰਮਿਕ ਕਿਰਿਆਵਾਂ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਪ੍ਰਭੂ ਦਾ ਨਾਮ ਹੀ ਹੈ ਜੋ ਸਾਰੇ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਗੁਰੂ ਸਾਹਿਬ ਬੇਨਤੀ ਕਰਦੇ ਹਨ ਔਰ ਸਾਨੂੰ ਵੀ ਜਾਚ ਸਿਖਾਉਂਦੇ ਹਨ ਕਿ ਬਿਨਵੰਤ ਨਾਨਕ ਸਿਮਰ ਜੀਵਾਂ, ਜਨਮ ਮਰਨ ਰਹੰਤ ਜੀਓ। ਨਾਨਕ ਬੇਨਤੀ ਕਰਦਾ ਹੈ ਕਿ हे ਪ੍ਰਭੂ ਜੀਓ, ਮੈਂ ਤੁਹਾਡਾ ਨਾਮ ਸਿਮਰ ਕੇ, ਤੁਹਾਡਾ ਨਾਮ ਚੇਤੇ ਰੱਖ ਕੇ ਹੀ ਜਿਉਂਦਾ ਹਾਂ। ਮੇਰੀ ਆਤਮਿਕ ਜੀਵਨ ਦੀ ਜੋ ਆਧਾਰ ਹੈ, ਜੋ ਸਹਾਰਾ ਹੈ, ਜਿਹਦੇ ਸਦਕੇ ਮੇਰੀ ਆਤਮਾ ਜਿੰਦੀ ਰਹਿ ਸਕਦੀ ਹੈ, ਉਹ ਪ੍ਰਭੂ ਜੀ ਤੁਹਾਡਾ ਨਾਮ ਹੀ ਹੈ, ਤੁਹਾਡੀ ਯਾਦ ਹੀ ਹੈ। ਔਰ ਇਹਦੇ ਸਹਾਰੇ ਜਿਹੜਾ ਹੈ ਮੇਰਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਮੁੱਕ ਸਕਦਾ ਹੈ। ਜਨਮ ਮਰਨ ਰਹੰਤ ਜੀਓ, ਰਹੰਤ ਤੋਂ ਭਾਵ ਹੈ ਰਹਿ ਜਾਂਦਾ ਹੈ, ਭਾਵ ਮੁੱਕ ਜਾਂਦਾ ਹੈ। तो प्रभु का नाम ही है जो मनुखी जन्म मरण के गेड़ जड़ा है, अलग अलग दुनिया के भटकन का, जमना मरना, फिर मरना, इस चक्कर के विचों साडी जड़ा है खलासी करा सकता है, सानू इस गेड़ विचों बचा सकता है। होर कोई भी धार्मिक कर्म कांड, कोई किसी किस्म का कर्म जड़ा है वो इस काम में सहाई नहीं हो सकता। तो इसलिए गुरु साहब सानू ये बेनती करने की जाच सिखा रहे हैं, बिनवंत नानक सिमर जीवा, जन्म मरण रहंत जीव। इस तो अगों जड़ा है हुण दूसरा छंद जड़ा है और उहदे नाल जिहड़े दो श्लोक हैं उन्हां दे विच हुण पहली रुत दा जिक्र आएगा। तो पहला उहदा पाठ करते हैं। श्लोक, उद्दम अगम अगोचरो, चरण कमल नमस्कार, कथनी सा तुद भावसी, नानक नाम आधार। संत शरण साजन परो, स्वामी सिमर अनंत, सूके ते हरिया थिया, नानक जप भगवंत। छंत, रुत सरस बसंत माह, चेत वैसाख, सुख मास जियो, हर जियो नाह मिलिया, मौलिया मन तन सास जियो, घर नाह निहचल आनंद सखिए, चरण कमल प्रफुल्लिया, सुंदर सुघड़ सुजान बेता, गुण गोविंद अमूल्या, वड भाग पाया दुख गवाया, भई पूरन आस जियो, बिनवंत नानक शरण तेरी, मिटी जम की त्रास। तो श्लोक की पहले की शुरुआत होती है, उद्दम अगम अगोचरो। उद्दम ये परमात्मा की सिफत दे विच लफ्ज़ गुरु साहब ने वरत्या है कि तुसी उद्दम का रूप हो, तुसी अगम हो, तुसी अगोचर हो। तो उद्दम का जो अर्थ प्रोफेसर साहब सिंह ने दर्पण से किया है कि जड़ा बिल्कुल आलस तो रहत है, जिहदे विच जरा रत्ता भर भी आलस नहीं है, जो उद्दम का ही रूप है।
अगम जिस तकन गमता ना हो सके, पहुंच ना हो सके। अगोचरो भाव अगोचर जिस तक ज्ञान इंद्रियां दी राही पहुंच नहीं हो सकती। अगोचर जिसे तक ज्ञान इंद्रियां दे राही पहुंच नहीं की जा सकती। तो ये परमात्मा की सिफत ਦੇ ਵਿੱਚ ਤਿੰਨੋਂ ਹੀ ਲਫ਼ਜ਼ ਵਰਤੇ ਗਏ ਹਨ। ਉਦਮ, ਅਗੰਮ, ਅਗੋਚਰੋ। ਚਰਨ ਕਮਲ ਨਮਸਕਾਰ। हे परमात्मा जीओ, तुसी उद्यम रूप हो, ਤੁਹਾਡੇ ਵਿੱਚ ਜ਼ਰਾ ਵੀ ਆਲਸ ਨਹੀਂ ਹੈ। ਤੁਸੀਂ ਅਪਹੁੰਚ ਹੋ ਤੇ ਗਿਆਨ ਇੰਦਰੀਆਂ ਦੀ ਤੁਹਾਡੇ ਤੱਕਣ ਕੋਈ ਪਹੁੰਚ ਨਹੀਂ ਹੋ ਸਕਦੀ, ਕਿਉਂਕਿ ਗਿਆਨ ਇੰਦਰੀ ਤਾਂ ਕੇਵਲ ਸਥੂਲ ਚੀਜ਼ਾਂ ਤੱਕ ਹੀ ਪਹੁੰਚ ਕਰ ਸਕਦੇ ਹਨ, ਜਾਂ ਜਿਹੜਾ ਫਿਜ਼ੀਕਲ ਮੈਟਰ ਹੈ ਉਹਦੇ ਤੱਕ ਪਹੁੰਚ ਕਰ ਸਕਦੇ ਹਨ। ਪ੍ਰਭੂ ਪਰਮਾਤਮਾ ਤਾਂ ਮੈਟਰ ਦਾ ਵਿੱਚ ਬੱਝਾ ਹੋਇਆ ਨਹੀਂ ਹੈ, ਉਹ ਤਾਂ ਨਿਰਾਕਾਰ ਹੈ ਔਰ ਸਰਵ ਵਿਆਪਕ ਹੈ। तो इस करके ज्ञान इंद्रियां ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ। तो प्रभु ਦੀ ਇਹ ਸਿਫਤ ਦੇ ਵਿੱਚ ਲਫ਼ਜ਼ ਵਰਤ ਕੇ ਫਿਰ ਅੱਗੋਂ ਕਹਿੰਦੇ ਹਨ ਕਿ ਚਰਨ ਕਮਲ ਨਮਸਕਾਰ, ਕਿ ਆਪ ਜੀ ਦੇ ਸੋਹਣੇ ਕਮਲ ਵਰਗੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਹੁਣ ਇੱਥੇ ਥੋੜਾ ਜਿਹਾ ਵਿਚਾਰ ਕਰਨ ਦੀ ਲੋੜ ਹੈ ਕਿ ਪ੍ਰਭੂ ਹੈ ਤਾਂ ਅਗੋਚਰ ਹੈ, ਅਗੰਮ ਹੈ, ਤੇ ਪ੍ਰਭੂ ਦੇ ਚਰਨ ਕਮਲ ਕਿਵੇਂ ਨਜ਼ਰ ਆਉਣਗੇ? ਨਜ਼ਰ ਆਉਣਗੇ ਤੇ ਸਾਨੂੰ ਕੋਈ ਚੀਜ਼ ਨਜ਼ਰ ਆਉਂਦੀ ਉਹ ਤੇ ਅੱਖਾਂ ਦੇ ਰਾਹੀਂ ਆਉਂਦੀ ਹੈ। ਜੇ ਅਸੀਂ ਨਮਸਕਾਰ ਕਰਦੇ ਹਾਂ ਕਿਸੇ ਚੀਜ਼ ਨੂੰ, ਆਮ ਤੌਰ ਤੇ ਅਸੀਂ ਹੱਥ ਜੋੜ ਕੇ ਔਰ ਉਹਦੇ ਅੱਗੇ ਖੜੇ ਸਾਨੂੰ ਜਦੋਂ ਆਕਾਰ ਨਜ਼ਰ ਆਉਂਦਾ ਤੇ ਤਾਂ ਉਹਦੇ ਅੱਗੇ ਮੱਥਾ ਝੁਕਾਉਂਦੇ ਹਾਂ ਜਾਂ ਹੱਥ ਜੋੜਦੇ ਹਾਂ, ਤਾਂ ਨਮਸਕਾਰ ਹੁੰਦੀ ਹੈ। ਫਿਰ ਇਹ ਕਿਵੇਂ ਪਤਾ ਲੱਗ ਰਿਹਾ ਵੀ ਉਹ ਕਮਲ ਵਰਗੇ ਚਰਨ ਹਨ? ਕਮਲ ਦਾ ਤਾਂ ਇੱਕ ਖਾਸ ਰੂਪ ਹੈ ਜੋ ਸਾਡੇ ਮਾਈਂਡ ਦੇ ਵਿੱਚ ਬਣਿਆ ਹੋਇਆ ਹੈ ਵੀ ਇਸ ਤਰੀਕੇ ਦਾ ਕਮਲ ਹੁੰਦਾ ਹੈ, ਖਿਲਿਆ ਹੋਇਆ ਫੁੱਲ ਹੁੰਦਾ ਹੈ। ਤੇ ਪ੍ਰਭੂ ਦੇ ਚਰਨ, ਚਰਨ ਪ੍ਰਭੂ ਦੇ ਕਿਹੜੇ ਹੋਣਗੇ ਜਿਹਦਾ ਆਕਾਰ ਹੀ ਕੋਈ ਨਹੀਂ ਹੈ, ਉਹਦੇ ਚਰਨ ਕਿਵੇਂ ਹੋਣਗੇ? तो इतों ही ये गल स्पष्ट हो जानी चाहिए है कि ये सिर्फ एक अलंकारक रूप ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ। ਕਾਰਨ ਕੀ ਹੈ ਕਿ ਸਾਡੀ ਬੁੱਧੀ, ਸਾਡੀ ਸਮਝ ਜਿਹੜੀ ਹੈ ਉਹ ਐਬਸਟ੍ਰੈਕਟ ਚੀਜ਼ਾਂ ਨੂੰ ਸੌਖੇ ਕੀਤਿਆਂ ਅਬਜ਼ੌਰਬ ਕਰ ਨਹੀਂ ਸਕਦੀ, ਸਮਝ ਨਹੀਂ ਸਕਦੀ, ਉਹਦੇ ਨਾਲ ਫੈਮਿਲੀਅਰ ਹੋ ਨਹੀਂ ਸਕਦੀ। तो ਉਹਦੇ ਵਾਸਤੇ ਸਾਨੂੰ ਹਮੇਸ਼ਾ ਕੋਈ ਕਿਸੇ ਐਸੀ ਚੀਜ਼ ਦੇ ਨਾਲ ਤੁਲਨਾ ਕਰਨੀ ਪੈਂਦੀ ਹੈ, ਐਗਜ਼ਾਮਪਲ ਦੇ ਤੌਰ ਦੇ ਉੱਤੇ ਕੋਈ ਚੀਜ਼ ਵਰਤਣੀ ਪੈਂਦੀ ਹੈ, ਅਲੰਕਾਰ ਦੇ ਰੂਪ ਵਿੱਚ ਵਰਤਣੀ ਪੈਂਦੀ ਹੈ, ਜਿਹੜੀ ਚੀਜ਼ ਨੂੰ ਸਾਡੀ ਬੁੱਧੀ ਐਕਸੈਪਟ ਕਰ ਸਕੇ ਆਪਣੇ ਪੁਰਾਣੇ ਤਜਰਬੇ ਦੇ ਆਧਾਰ ਦੇ ਉੱਤੇ। ਜਿਹੜੀ ਚੀਜ਼ ਅਸੀਂ ਵੇਖੀ ਹੋਈ ਹੋਵੇ ਤਾਂ ਅਸੀਂ ਉਹਦੇ ਨਾਲ ਕੰਪੇਅਰ ਕਰਕੇ ਕੁਝ ਇੱਕ ਇਮੇਜ ਆਪਣੇ ਮਾਈਂਡ ਦੇ ਅੰਦਰ ਬਣਾ ਲੈਂਦੇ ਹਾਂ ਤੇ ਫਿਰ ਸਾਨੂੰ ਗੱਲ ਥੋੜੀ ਜੀ ਸਮਝ ਆ ਜਾਂਦੀ ਹੈ ਤੇ ਉਹ ਵਿਚਾਰ ਸਾਡੇ ਮਨ ਦਾ ਹਿੱਸਾ ਬਣ ਜਾਂਦਾ ਹੈ। ਅਦਰਵਾਈਜ਼ ਜਿਹੜੀ ਚੀਜ਼ ਸਾਡੀ ਸਮਝ ਵਿੱਚ ਆਵੇ ਨਾ ਤਾਂ ਫਿਰ ਉਹ ਦਿਮਾਗ ਵਿੱਚ ਟਿਕਦੀ ਵੀ ਨਹੀਂ ਹੈ ਤੇ ਮੁੜ ਕੇ ਉਹਦੇ ਬਾਰੇ ਕੋਈ ਗੱਲ ਕਰਨੀ ਵੀ ਮੁਮਕਿਨ ਨਹੀਂ ਹੁੰਦੀ। ਜਿਹੜੀ ਚੀਜ਼ ਸਮਝ ਦੇ ਵਿੱਚ ਪਈ ਨਹੀਂ, ਸਾਨੂੰ ਅਸੀਂ ਐਕਸੈਪਟ ਹੀ ਨਹੀਂ ਕੀਤੀ, ਮਾਈਂਡ ਨੇ ਐਕਸੈਪਟ ਹੀ ਨਹੀਂ ਕੀਤੀ, ਤੇ ਉਹ ਫਿਰ ਸਾਡੇ ਵਿਚਾਰ ਦਾ, ਮਨ ਦਾ ਹਿੱਸਾ ਬਣਦੀ ਵੀ ਨਹੀਂ ਹੈ। ਹੁਣ ਪ੍ਰਭੂ ਦੇ ਅੱਗੇ ਨਤਮਸਤਕ ਹੋਣਾ, ਨਮਸਕਾਰ ਕਰਨੀ ਉਸ ਪ੍ਰਭੂ ਦੇ ਅੱਗੇ ਜੋ ਅਗੋਚਰ ਹੈ, ਜੋ ਅਗੰਮ ਹੈ, ਉਹ ਕਿਵੇਂ ਮੁਮਕਿਨ ਹੈ? ਸਾਡੇ ਮਨਾਂ ਦੇ ਵਿੱਚ ਤਾਂ ਨਮਸਕਾਰ ਦੀ ਕਿਰਿਆ ਹੋਈ ਹੈ ਵੀ ਸਿਰ ਝੁਕਾਣਾ ਤੇ ਹੱਥ ਜੋੜਨੇ। ਤੇ ਹੁਣ ਕਿਹਦੇ ਅੱਗੇ ਝੁਕਿਆ ਜਾਵੇ, ਕਿਸ ਚੀਜ਼ ਦਾ ਤਸੱਵਰ ਮਾਈਂਡ ਦੇ ਵਿੱਚ ਲਿਆਂਦਾ ਜਾਵੇ ਵੀ ਕਿੱਧਰ ਨੂੰ ਝੁਕਣਾ ਹੈ, ਕੀ ਕਰਨਾ ਹੈ? ਤੋ ਉਹ ਸਿਰਫ ਇੱਕ ਮਨ ਨੂੰ ਇੱਕ ਸਹਾਰਾ ਦੇਣ ਵਾਸਤੇ, ਇੱਕ ਥੋੜੀ ਜਿਹੀ ਸਪੋਰਟ ਦੇਣ ਵਾਸਤੇ ਵੀ ਤੂੰ ਕਰਨੀ ਹੈ ਨਮਸਕਾਰ, ਤਾਂ ਕਿ ਮਨ ਦੇ ਅੰਦਰ ਨਿਮਰਤਾ ਦੀ ਭਾਵਨਾ, ਸਮਰਪਣ ਦੀ ਭਾਵਨਾ ਪੈਦਾ ਹੋ ਸਕੇ, ਉਹ ਵਿਚਾਰ ਮਨ ਦੇ ਅੰਦਰ ਪੱਕੇ ਹੋ ਜਾਣ। ਇਸ ਕਰਕੇ ਇਹ ਨਮਸਕਾਰ ਦੀ ਕਿਰਿਆ ਕਰਨੀ ਹੈ ਤੇ ਉਹਨੂੰ ਇਹ ਸਪੋਰਟ ਮਿਲ ਜਾਵੇ ਕਿ ਵੀ ਹਾਂ ਨਮਸਕਾਰ ਕਰਨੀ ਹੈ ਤੇ ਉਹਦੇ ਵਾਸਤੇ ਇੱਕ ਇਮੇਜ ਦਾ ਮਨ ਦੇ ਅੰਦਰ, ਇੱਕ ਕੋਈ ਮੂਰਤ ਮਨ ਦੇ ਅੰਦਰ ਕੋਈ ਇੱਕ ਇਮੇਜ ਬਣੇ ਤਾਂ ਸਹੀ, ਜਿਹਨੂੰ ਤਸੱਵਰ ਕਰਕੇ, ਜਿਹਨੂੰ ਇਮੇਜਿਨ ਕਰਕੇ ਅਸੀਂ ਕੁਝ ਉਹ ਜਿਹੇ ਭਾਵ ਆਪਣੇ ਮਨ ਦੇ ਅੰਦਰ ਭਾਵਨਾ ਦਾ ਪੈਦਾ ਕਰੀਏ, ਤਾਂ ਉਹ ਜਿਹੜਾ ਹੈ ਜੋ ਦੁਨਿਆਵੀ ਇੱਕ ਐਗਜ਼ਾਮਪਲ ਦੀ ਵਰਤੋਂ ਕੀਤੀ ਗਈ ਹੈ ਕਿ ਜਦੋਂ ਸਮਾਜ ਦੇ ਵਿੱਚ ਅਸੀਂ ਕਿਸੇ ਨੂੰ ਨਮਸਕਾਰ ਕਰਨੀ ਹੁੰਦੀ ਹੈ, ਆਪਣੇ ਤੋਂ ਵੱਡੇ ਦੀ, ਆਪਣੇ ਤੋਂ ਸਿਆਣੇ ਦੀ, ਬਜ਼ੁਰਗ ਦੀ, ਤਾਂ ਅਸੀਂ ਉਹਨਾਂ ਦੇ ਚਰਨਾਂ ਵੱਲ ਝੁਕਦੇ ਹਾਂ। ਤਾਂ ਇਸ ਕਰਕੇ ਗੱਲ ਚਰਨਾਂ ਦੀ ਕੀਤੀ ਗਈ ਤੇ ਹੁਣ ਚਰਨ ਪ੍ਰਭੂ ਦੇ ਗੱਲ ਹੋ ਰਹੀ ਹੈ, ਉਹਦੇ ਨਾਲ ਅਸੀਂ ਤੁਲਨਾ ਕਰਨ ਲੱਗੇ ਹਾਂ ਜਾਂ ਉਹਦੇ ਨਾਲ ਰੈਫਰੈਂਸ ਜੋੜ ਰਹੇ ਹਾਂ, ਤਾਂ ਉਹ ਚਰਨ ਤਾਂ ਸਾਡੇ ਜਿਹੜੇ ਹੋਣੇ ਚਾਹੀਦੇ ਹਨ ਉਹ ਐਸੇ ਹੋਣੇ ਚਾਹੀਦੇ ਹਨ ਜਿਹੜੇ ਸਾਡੇ ਮਨ ਦੇ ਅੰਦਰ ਇੱਕ ਪਲੇਜ਼ੈਂਟ ਅਹਿਸਾਸ ਪੈਦਾ ਕਰਨ, ਇੱਕ ਖੂਬਸੂਰਤੀ ਦਾ ਅਹਿਸਾਸ ਲਿਆਉਣ, ਇੱਕ ਪਿਆਰ ਪਾਉਣ ਦੀ ਭਾਵਨਾ ਪੈਦਾ ਕਰਨ, ਇੱਕ ਵਡਿਆਈ ਸਿਫਤ ਕਰਨ ਦਾ ਭਾਵ ਮਨ ਵਿੱਚ ਪੈਦਾ ਕਰਨ। ਤਾਂ ਉਹਨਾਂ ਦੀ ਤੁਲਨਾ
कमल के फुल दे नाल कर दी गई, क्योंकि कमल का फुल आम जनता जिहड़ी है उन्होंने सोहना चंगा अच्छा फुल मनदी है, ਉਹਦੇ रूप ਨੂੰ लोग एप्रीशिएट करते हैं, तो इसलिए चरणों ਨੂੰ कमलों के नाल तुलना कर दी जाती है। तो ये केवल एक अलंकार रूप के अंदर एक बिंब एक सिरजिया गया है, जिहदे नाल मन के अंदर शरधा भावना और आपा समर्पण की भावना के विचार मन के विच आ सकन, इसलिए ये लफज इस्तेमाल किए गए हैं। अदरवाइज जो सिद्धांत की गल है वो ऊपर गुरु साहब ने बयानकारी दी है कि परमात्मा अगम है, अगोचर है, क्योंकि वह कोई आकार नहीं है, वह कोई स्थूल स्वरूप नहीं है, पर फिर भी लफज इस्तेमाल किए हैं कि चरण कमल नमस्कार। भाव यही है कि मैं जिवें अपने तो किसी वड्डे किसी सियाणे के अगे झुकदा हाँ, तिवें ही मैं अपने आप नूं तुहाडे अगे समर्पण करदा हाँ, तुहाडे अगे अपना सीस झुकांदा हाँ। जिहदा भाव यही है कि जो तुसी तुहाडे पासों मैं बख्शिश दी दाता प्राप्ति की आस रखदा हाँ, तुहाडे पासों मैं ज्ञान की आस रखदा हाँ, गुणां की आस रखदा हाँ। सो अगली पंक्ति दे विच फिर इस तरह अपने मन के अंदर निमरता का भाव लिया के अगली पंक्ति च गुरु साहब कह रहे हैं कि कथनी सा तुद भावसी नानक नाम आधार। कि मैं तेरे अगे वही बोल बोला, मेरी कथनी मेरा कहन विच वही गल्लां आन ਜਿਹੜੇ ਤੈਨੂੰ ਚੰਗੇ ਲੱਗਣ। ਭਈ ਮੇਰੀ ਬੋਲੀ ਉਹੀ ਹੋਵੇ, सा तुद भावसी ਜਿਹੜੀ ਤੈਨੂੰ ਚੰਗੀ ਲੱਗੇ। सा लफज का संबंध जो है वो कथनी के नाल है, कथनी सा तुद भावसी ਜਿਹੜੀ कथनी वो होवे मेरी ਜਿਹੜੀ ਤੈਨੂੰ ਚੰਗੀ ਲੱਗੇ। नानक नाम आधार, ते हे नानक तेरा नाम ही मेरे जीवन का आधार हुए, मेरे आत्मक जीवन तेरे नाम के आसरे ते ही चल सकता है। इसलिए मेरी तेरे अगे बेनती है, नमस्कार है कि तू है मेरे ते बख्शिश कर कि मेरे बोल वही होवन ਜਿਹੜੇ ਤੈਨੂੰ ਚੰਗੇ ਲੱਗਣ ਤੇ ਤੇਰਾ ਨਾਮ ਜਿਹੜਾ ਹੈ ਉਹ ਮੇਰੇ ਜੀਵਨ ਦਾ ਆਧਾਰ ਹੋਵੇ। ਅਗਲੇ ਸ਼ਲੋਕ ਦੇ ਵਿੱਚ ਹੁਣ ਫਰਮਾਉਂਦੇ ਹਨ, संत शरण साजन परो स्वामी सिमर अनंत, सूके ते हरिया थिया नानक जप भगवंत। हे नानक, हे सज्जनों, उस गुरु संत की शरण विच पए रहो ਅਤੇ गुरु ਦੀ ਰਾਹੀਂ उस बेअंत मालक अनंत मालक ਨੂੰ सिमर के ਤੇ भगवान का नाम जप के सुक्के तो हरे हो जाओ। सुक्के का भाव हमेशा की हुंदा है कि जिहदे अंदर कोई जिंदगी जिहड़ी है जिहड़ी खत्म होई होवे। जिहड़ा बूटा सुक्किया हुंदा है, सानू उस तो इहो हुंदा है कि भई ये तां सुक गया बूटा ते हुण झड़ जाएगा, ਇਹਦੀ ਅੱਗੋਂ ਲਾਈਫ ਜਿਹੜੀ ਹੈ ਨਾ ਮੁੱਕਣ ਦੇ ਕਿਨਾਰੇ ਤੇ ਹੈ, ਸੁੱਕ ਗਿਆ ਹੈ। ਪਰ ਜਿਹੜਾ ਹਰਿਆਵਲ ਨਾਲ ਭਰਿਆ ਹੋਇਆ ਬੂਟਾ ਹੁੰਦਾ ਹੈ, ਉਹਦੇ ਵਿੱਚ ਜੀਵਨ ਹੁੰਦਾ ਹੈ, ਉਹ ਖਿੜਿਆ ਹੁੰਦਾ ਹੈ। ਸਾਨੂੰ ਪਤਾ ਉਮੀਦ ਹੁੰਦੀ ਹੈ ਕਿ ਇਹ ਬੂਟਾ ਖਿੜਿਆ ਰਹੇਗਾ, ਇਹਦੇ ਵਿੱਚੋਂ ਅੱਗੋਂ ਹੋਰ ਫੁੱਲ ਅਤੇ ਫਲ ਵਗੈਰਾ ਜੋ ਵੀ ਹੈ ਇਹਦੀ ਨੈਚੁਰਲ ਗਰੋਥ ਜਿਹੜੀ ਹੈ ਉਹ ਜਾਰੀ ਰਹੇਗੀ। तो जीवन ਦਾ ਇੱਕ ਬਿੰਬ ਹੈ ਹਰਿਆ ਹੋਣਾ ਤੇ ਮੌਤ ਵਾਲੇ ਪਾਸੇ ਦਾ ਜੋ ਇਹ ਸੁੱਕਾ ਲਫ਼ਜ਼ ਜਿਹੜਾ ਹੈ, ਸੁੱਕਾ ਹੋਇਆ ਬੂਟਾ ਜਿਹੜਾ ਹੈ ਉਹ ਮੌਤ ਦਾ ਇੱਕ ਤਰੀਕੇ ਨਾਲ ਅਹਿਸਾਸ ਦਿਵਾਉਂਦਾ ਹੈ। तो जीवन ਦਾ ਆਧਾਰ ਪ੍ਰਭੂ ਪਰਮਾਤਮਾ ਬਣਿਆ ਰਵੇ, ਜੀਵਨ ਦੇ ਵਿੱਚ ਹਰਿਆਵਲ ਰਵੇ, ਪ੍ਰਭੂ ਦੇ ਨਾਮ ਦੇ ਨਾਲ ਜੁੜਿਆ ਰਵੇ। तो ਉਹ ਸੁੱਕੇ ਤੋਂ ਹਰਿਆ ਕਿਵੇਂ ਹੁੰਦਾ ਹੈ? ਨਾਨਕ ਜਪ ਭਗਵੰਤ, ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਹੀ ਜੀਵਨ ਦੇ ਵਿੱਚ ਹਰਿਆਵਲ ਆਉਂਦੀ ਹੈ, ਜੀਵਨ ਕਾਇਮ ਰਹਿੰਦਾ ਹੈ। तो ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਸੰਤ ਸ਼ਰਨ ਸਾਜਨ ਪਰਵੇ ਸਜਣੋ, ਉਸ ਗੁਰੂ ਸੰਤ ਦੀ ਸ਼ਰਨ ਦੇ ਵਿੱਚ ਪੈ ਕੇ ਤੇ ਗੁਰੂ ਦੇ ਸਿੱਖਿਆ ਦੇ ਰਾਹੀਂ, ਉਹਦੇ ਉਪਦੇਸ਼ ਦੇ ਰਾਹੀਂ ਉਸ ਅਨੰਤ ਪ੍ਰਭੂ ਬੇਅੰਤ ਪ੍ਰਭੂ ਦੇ ਨਾਮ ਨੂੰ ਸਿਮਰਦੇ ਰਹੋ, ਉਹਦਾ ਨਾਮ ਜਪਦੇ ਰਹੋ ਤੇ ਉਸ ਪ੍ਰਭੂ ਦਾ ਨਾਮ ਜਪ ਕੇ ਆਪਣਾ ਜੀਵਨ ਹਰਾ ਭਰਾ ਕਰ ਲਵੋ। ਅੰਤ ਦੇ ਵਿੱਚ ਹੁਣ ਅੱਗੋਂ ਗੱਲ ਤਾਂ ਇਹੀ ਹੋਣੀ ਹੈ, ਪਰ ਨਾਲ ਜ਼ਿਕਰ ਆਣਾ ਹੈ ਬਸੰਤ ਰੁੱਤ ਦਾ ਅਤੇ ਜਿਹੜੇ ਬਸੰਤ ਰੁੱਤ ਦੇ 2 ਮਹੀਨੇ ਹਨ, ਚੇਤਰ ਅਤੇ ਵਿਸਾਖ ਦਾ। ਰੁੱਤ ਸਰਸ ਬਸੰਤ ਮਾਹ, ਚੇਤ ਵਿਸਾਖ ਸੁਖ ਮਾਸ ਜੀ। ਹਰ ਜਿਉ ਨਾ ਮਿਲਿਆ ਮੌਲਿਆ ਮਨ ਤਨ ਸਾਸ ਜੀਓ।
ਨਾਹ ਲਫ਼ਜ਼ ਦਾ ਮਤਲਬ ਹੁੰਦਾ ਨਾਥ, ਨਾਥ ਤੋਂ ਬਣਿਆ ਨਾਹ, ਜਿਹਦਾ ਮਤਲਬ ਹੈ ਮਾਲਕ, ਕਸਮ। ਹਰ ਜੀਉ ਨਾਹ ਮਿਲਿਆ। ਇਹਨਾਂ ਨੂੰ ਉਹ ਪ੍ਰਭੂ ਪਰਮਾਤਮਾ ਜੋ ਮਾਲਕ ਹੈ ਸਭ ਦਾ, ਉਹ ਮਿਲ ਪਿਆ ਹੈ। ਉਹਨਾਂ ਦਾ ਮਨ, ਤਨ ਅਤੇ ਸਵਾਸ ਸਵਾਸ ਜਿਹੜਾ ਹੈ ਉਹ ਮੌਲ ਪੈਂਦਾ ਹੈ। ਮੌਲਣ ਦਾ ਮਤਲਬ ਹੁੰਦਾ ਖਿੜ ਪੈਣਾ, ਮਹਿਕ ਨਾਲ ਭਰ ਜਾਣਾ, ਖੁਸ਼ਬੂ ਨਾਲ ਭਰ ਜਾਣਾ। ਜਦੋਂ ਫੁੱਲ ਖਿੜੇ ਹੁੰਦੇ ਹਨ ਬਸੰਤ ਦੀ ਰੁੱਤ ਦੇ ਵਿੱਚ, ਤਾਂ ਅਸੀਂ ਕਹਿੰਦੇ ਹਾਂ ਵੀ ਇਹ ਸਾਰੀ ਜਿਹੜੀ ਬਨਸਪਤੀ ਖਿਲੀ ਹੋਈ ਹੈ, ਮੌਲੀ ਹੋਈ ਹੈ। ਜਿਵੇਂ ਬਸੰਤ ਰਾਗ ਦੇ ਵਿੱਚ ਹੋਰ ਵੀ ਸ਼ਬਦ ਆਉਂਦੇ ਹਨ, ਮੌਲੀ ਧਰਤੀ, ਮੌਲਿਆ ਆਕਾਸ਼, ਸਾਰਾ ਕੁਝ ਜਿਵੇਂ ਖਿੜਿਆ ਹੋਇਆ ਬਸੰਤ ਰੁੱਤ ਦੇ ਵਿੱਚ ਨਜ਼ਰ ਆਉਂਦਾ ਹੈ, ਪੂਰੇ ਆਪਣੇ ਜੋਬਨ ਦੇ ਵਿੱਚ ਔਰ ਪੂਰੇ ਅਟਮੋਸਟ ਪੋਟੈਂਸ਼ੀਅਲ। ਤੋ ਮੌਲਿਆ ਮਤਲਬ ਖਿੜਿਆ ਹੋਇਆ, ਖੁਸ਼ਬੂ ਨਾਲ, ਮਹਿਕ ਨਾਲ ਭਰਿਆ ਹੋਇਆ। ਤੋ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਜੋ ਸਭ ਦਾ ਮਾਲਕ ਹੈ ਉਹ ਮਿਲ ਪੈਂਦਾ ਹੈ, ਉਹਨਾਂ ਦਾ ਸਵਾਸ ਸਵਾਸ ਜਿਹੜਾ ਹੈ ਅਤੇ ਮਨ ਔਰ ਤਨ, ਸਰੀਰ ਵੀ ਅਤੇ ਮਨ ਵੀ ਮਾਨੋ ਖਿੜ ਉੱਠਦਾ ਹੈ, ਮਹਿਕ ਉੱਠਦਾ ਹੈ। ਕਦੋਂ? ਜੇ ਉਹਨਾਂ ਦੇ ਆਤਮਿਕ ਜੀਵਨ ਦੀ ਰੁੱਤ ਬਸੰਤ ਹੋ ਜਾਵੇ। ਸਰਸ ਦਾ ਮਤਲਬ ਹੈ ਰਸ ਭਰਪੂਰ, ਤੇ ਉਹ ਹੁੰਦੀ ਉਹਦੀ ਹੈ ਜਿਨ੍ਹਾਂ ਦੇ ਇਹ ਪ੍ਰਮਾਤਮਾ ਦੇ ਮਿਲਾਪ ਦੀ ਜਿਨ੍ਹਾਂ ਦੀ ਅਵਸਥਾ ਆਈ ਹੋਵੇ, ਉਹਨਾਂ ਦੇ ਅੰਦਰ ਇਹ ਮਾਨੋ ਆਤਮਿਕ ਬਸੰਤ ਜਿਹੜੀ ਰੁੱਤ ਹੈ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ। ਸਰਸ ਬਸੰਤ, ਰਸ ਭਰਪੂਰ ਬਸੰਤ ਆ ਜਾਂਦੀ ਹੈ। ਤੇ ਉਹ ਫਿਰ ਚੇਤ ਵਿਸਾਖ ਸੁਖ ਮਾਸ ਜੀਓ, ਜਿਹੜੀ ਨਾਰਮਲ ਆਮ ਤੌਰ ਦੇ ਉੱਤੇ ਸੁਹਾਵਣਾ ਮੌਸਮ ਹੁੰਦਾ ਹੈ, ਜਿਹਦੇ ਨਾਲ ਆਮ ਸਾਰੇ ਦੁਨੀਆਵੀ ਲੋਕ ਜਿਹੜੇ ਹਨ ਫੈਮਿਲੀਅਰ ਹਨ ਕਿ ਬਈ ਬਸੰਤ ਦਾ ਰੁੱਤ ਜਿਹੜੀ ਹੈ ਚੇਤਰ ਔਰ ਵਿਸਾਖ ਦੇ ਮਹੀਨੇ ਆਉਂਦੀ ਹੈ, ਤਾਂ ਮੌਸਮ ਬੜਾ ਸੁਹਾਵਣਾ ਹੋ ਜਾਂਦਾ ਹੈ ਤੇ ਸੁਖਾਵਾਂ ਮਾਹੌਲ ਹੁੰਦਾ ਹੈ। ਆਸ-ਪਾਸ ਬਨਸਪਤੀ ਖਿੜੀ ਹੁੰਦੀ ਹੈ, ਸਾਰਾ ਕੁਝ ਮਨ ਨੂੰ ਵੀ ਲੁਭਾਇਮਾਨ ਕਰਨ ਵਾਲਾ ਮਾਹੌਲ ਬਣਿਆ ਹੁੰਦਾ ਹੈ। ਤੋ ਗੁਰੂ ਸਾਹਿਬ ਇੱਥੇ ਆਤਮਿਕ ਬਸੰਤ ਦੀ ਗੱਲ ਕਰ ਰਹੇ ਹਨ ਕਿ ਉਹਨਾਂ ਲੋਕਾਂ ਦੇ ਜੀਵਨ ਦੇ ਅੰਦਰ ਇਹ ਆਤਮਿਕ ਬਸੰਤ ਔਰ ਇਹ ਸੁਖ ਭਰਪੂਰ ਚੇਤ ਔਰ ਵਿਸਾਖ ਦੇ ਮਹੀਨੇ ਉਹਨਾਂ ਦੇ ਹਮੇਸ਼ਾ ਹੀ ਬਣੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਮਿਲ ਜਾਂਦਾ ਹੈ ਤੇ ਉਹਨਾਂ ਦਾ ਮਨ, ਤਨ ਅਤੇ ਸਵਾਸ ਸਵਾਸ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਖਿੜ ਜਾਂਦਾ ਹੈ, ਮਹਿਕ ਨਾਲ ਭਰਪੂਰ ਹੋ ਜਾਂਦਾ ਹੈ। ਅਗਲੀ ਪੰਕਤੀਆਂ 'ਚ ਹੁਣ ਗੁਰੂ ਸਾਹਿਬ ਕਹਿੰਦੇ ਹਨ, ਘਰ ਨਾਹਾ ਨਿਹਚਲ ਆਨੰਦ ਸਖੀਏ, ਚਰਨ ਕਮਲ ਪ੍ਰਫੁੱਲਿਆ। ਘਰ ਤੋਂ ਭਾਵ ਹੈ ਹਿਰਦੇ ਰੂਪੀ ਘਰ ਦੇ ਵਿੱਚ, ਨਾਹਾ ਦਾ ਭਾਵ ਹੈ ਨਾਥ, ਮਾਲਕ। ਨਿਹਚਲ ਜੋ ਸਦਾ ਟਿਕੇ ਰਹਿਣ ਵਾਲਾ, ਜੋ ਚਲਾਏਮਾਨ ਨਹੀਂ ਹੈ, ਜੋ ਸਦਾ ਟਿਕਿਆ ਰਹਿੰਦਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਆਨੰਦ ਸਖੀਏ, ਹੈ ਮੇਰੀ ਸਖੀਏ, ਹਿਰਦੇ ਰੂਪੀ ਘਰ ਦੇ ਵਿੱਚ ਜੇ ਪ੍ਰਭੂ ਦੇ ਚਰਨ ਕਮਲ ਆ ਕੇ ਟਿਕ ਜਾਣ, ਚਰਨ ਕਮਲ ਪ੍ਰਫੁੱਲਿਆ, ਪ੍ਰਫੁੱਲਿਤ ਹੋ ਜਾਣ, ਵਸ ਜਾਣ, ਆ ਕੇ ਟਿਕ ਜਾਣ, ਜੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਭੂ ਦੇ ਚਰਨ ਕਮਲ ਭਾਵ ਪ੍ਰਭੂ ਦੀ ਯਾਦ ਟਿਕ ਜਾਵੇ, ਤਾਂ ਐਸਾ ਹਿਰਦੇ ਦੇ ਅੰਦਰ ਜਿਹਦਾ ਪ੍ਰਭੂ ਦਾ ਨਾਮ ਜਿਹਦੇ ਚ ਵਸ ਜਾਂਦਾ ਹੈ, ਉਹਦੇ ਅੰਦਰ ਮਾਨੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਉਹ ਮਾਲਕ ਉਹਦਾ ਹਿਰਦੇ ਦੇ ਅੰਦਰ, ਉਸ ਜੀਵ ਇਸਤਰੀ ਦੇ ਹਿਰਦੇ ਵਿੱਚ ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਉਹਦਾ ਨਿਵਾਸ ਹੋ ਜਾਂਦਾ ਹੈ। ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਬਿੰਦ ਅਮੁੱਲਿਆ। ਹੁਣ ਉਸ ਪ੍ਰਭੂ ਦੀ, ਉਸ ਨਾਥ ਦੀ, ਉਸ ਮਾਲਕ ਦੀ ਸਿਫਤ ਕਰਦੇ ਹੋਇਆ ਕਹਿੰਦੇ ਹਨ ਕਿ ਉਹ ਪਰਮਾਤਮਾ ਸੋਹਣਾ ਹੈ, ਸੁੰਦਰ ਹੈ, ਸੁਘੜ ਚੰਗੀ ਘਾੜਤ ਵਾਲਾ ਹੈ, ਸੁਜਾਨ ਹੈ, ਸਭ ਕੁਝ ਦੇ ਦਿਲ ਦੀ ਜਾਣਨ ਵਾਲਾ ਹੈ। ਬੇਤਾ ਦਾ ਅਰਥ ਵੀ ਹੁੰਦਾ ਹੈ ਸਭ ਕੁਝ ਜਾਣਨ ਵਾਲਾ, ਸੁਜਾਨ ਸਭ ਕੁਝ ਚੰਗੀ ਤਰ੍ਹਾਂ ਦਾ ਜਾਣਨ ਵਾਲਾ ਤੇ ਸਭ ਦੇ ਦਿਲਾਂ ਦੀ ਜਾਣਨ ਵਾਲਾ। ਬੇਤਾ ਦਾ ਅਰਥ ਹੈ ਜਾਣਨ ਵਾਲਾ। ਗੁਣ ਗੋਬਿੰਦ ਅਮੁੱਲਿਆ, ਉਸ ਗੋਬਿੰਦ ਦੇ ਗੁਣ ਜਿਹੜੇ ਹਨ ਉਹ ਅਮੁੱਲ ਹਨ, ਕਿਸੇ ਮੁੱਲ ਤੋਂ ਨਹੀਂ ਪ੍ਰਾਪਤ ਹੋ ਸਕਦੇ। ਉਹਦੇ ਜੇ ਗੁਣ ਹੋਰ ਕਿਸੇ ਕੋਲ ਨਹੀਂ ਹਨ। ਕੋਈ ਐਸਾ ਨਹੀਂ ਹੈ ਜਿਹਦੇ ਕੋਲ ਪਰਮਾਤਮਾ ਦੇ ਗੁਣ ਹੋਣ, ਉਹ ਕੇਵਲ ਪ੍ਰਭੂ ਪਰਮਾਤਮਾ ਹੀ ਹੈ ਜਿਹਦੇ ਕੋਲ ਐਸੇ ਐਸੇ ਗੁਣ ਹਨ ਜੋ ਹੋਰ ਕਿਸੇ ਕੋਲ ਨਹੀਂ ਹਨ। ਤਾਂ ਉਹਦੇ ਗੁਣ ਜਿਹੜੇ ਹਨ ਉਹ ਅਮੁੱਲ ਹਨ, ਭਾਵ ਉਹਨਾਂ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ, ਉਹਨਾਂ ਦੀ ਕੀਮਤ ਦਿੱਤੀ ਨਹੀਂ ਜਾ ਸਕਦੀ। ਉਹ ਉਸ ਨਾਥ ਦੇ ਹਿਰਦੇ ਵਿੱਚ ਵਸਣ ਦੀ ਗੱਲ ਹੋ ਰਹੀ ਹੈ, ਜਿਹੜਾ ਸੁੰਦਰ ਹੈ, ਸੁਗੜ ਹੈ, ਸੁਜਾਨ ਹੈ, ਬੇਤਾ ਹੈ ਅਤੇ ਜਿਹਦੇ ਗੁਣ ਅਮੁੱਲ ਗੁਣਾਂ ਦਾ ਮਾਲਕ ਹੈ। ਅੱਗੇ ਫਿਰ
अगली पंक्तियां कहते हैं, वड वड भाग पाया दुख गवाया भई पूरन आस जियो बिनवंत नानक शरण तेरी मिटी जम की त्रास जियो। पर वो कहते हैं कि ऐसा नाथ, ऐसा गुना दा मालक प्रभु परमात्मा वड्डिया भागां दे नाल ही प्राप्त ਹੁੰਦਾ है। ਇਹ ਜੀਵਨ ਦੀ ਸਾਰੀਆਂ ਆਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ, ਜੀਵਨ ਚੋਂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜਦੋਂ ਉਹਦੇ ਨਾਲ ਮਿਲਾਪ ਹੁੰਦਾ ਹੈ। तो इस ਲਈ ਨਾਨਕ ਇਹ ਬੇਨਤੀ ਕਰਦਾ ਹੈ ਕਿ हे ਪ੍ਰਭੂ ਜੀਓ, ਜੇ ਤੇਰੀ ਸ਼ਰਨ ਵਿੱਚ ਅਸੀਂ ਪੈ ਜਾਈਏ, ਤੇਰੀ ਸ਼ਰਨ ਲੈ ਲਈਏ, ਤਾਂ ਜਮ ਕੀ ਤਰਾਸ ਵੀ ਮਿਟ ਜਾਂਦੀ ਹੈ, ਹਰ ਤਰ੍ਹਾਂ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਤੇ ਇੱਥੋਂ ਤੱਕ ਜੋ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੈ, ਜੋ ਸਭ ਤੋਂ ਵੱਡਾ ਸਹਿਮ ਹੈ, ਜੋ ਸਭ ਤੋਂ ਵੱਡਾ ਡਰ ਹੈ, ਉਹ ਹੈ ਮੌਤ ਦਾ ਡਰ। तो ਉਹ ਮੌਤ ਦਾ ਡਰ ਵੀ ਜਿਹੜਾ ਹੈ ਨਾ, ਉਹ ਜੀਵਨ ਦੇ ਵਿੱਚੋਂ ਮਿਟ ਜਾਂਦਾ ਹੈ। तो ਜਿਹੜਾ ਇਨਸਾਨ ਵੀ ਤੇਰੀ ਸ਼ਰਨ ਵਿੱਚ ਪੈਂਦਾ ਹੈ, ਉਹਦੇ ਜੀਵਨ ਦੇ ਵਿੱਚੋਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ। ਇਹ ਇਸ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਹੀ ਮੌਤ ਦਾ ਡਰ ਵੀ ਜਿਹੜਾ ਹੈ, ਉਹ ਵੀ ਸਹਿਮ ਵੀ ਉਹਦੇ ਅੰਦਰੋਂ ਦੂਰ ਹੋ ਜਾਂਦਾ ਹੈ। ਉਹ ਇਹ ਸਾਰੇ ਛੰਤ ਦੇ ਅੰਦਰ ਵੀ ਪ੍ਰਭੂ ਪਰਮਾਤਮਾ ਦੀ ਹੀ ਯਾਦ ਦੀ, ਉਹਦੀ ਵਡਿਆਈਆਂ ਦੀ ਗੱਲ ਹੀ ਕੀਤੀ ਗਈ ਹੈ। तो बसंत रुत के अंदर खिड़े हुए माहौल की गल तो जरूर रैफरेंस वजों आई है, पर वो बसंत रुत भी इंसान के वास्ते ता ही मीनिंगफुल है। ਉਹਦੇ ਵਾਸਤੇ ਹੀ ਇਹ ਬਸੰਤ ਦੀ ਆਤਮਾ ਦੀ ਉਹਦੀ ਰੁੱਤ ਖਿੜੀ ਹੋਏ, ਉਹਦਾ ਜੀਵਨ ਖਿੜਿਆ ਹੋਇਆ ਹੈ, ਜਿਹਦਾ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਹੈ, ਜਿਨੇ ਗੁਰੂ ਦੀ ਸਿੱਖਿਆ ਦੇ ਰਾਹੀਂ, ਪ੍ਰਭੂ ਦੇ ਸਿਫਤ ਸਲਾਹ ਦੇ ਰਾਹੀਂ ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ ਜੋੜਿਆ ਹੈ, ਹਿਰਦੇ ਦੇ ਵਿੱਚ ਪ੍ਰਭੂ ਦੀ ਯਾਦ ਨੂੰ ਵਸਾਇਆ ਹੈ। ਤੇ ਉਹਦੀ ਬਖਸ਼ਿਸ਼ ਸਦਕਾ, ਉਸ ਬੇਅੰਤ ਗੁਨਾ ਦੇ ਮਾਲਕ ਦੀ ਮਿਹਰ ਦਾ ਸਦਕਾ ਜੀਵਨ ਦੇ ਵਿੱਚੋਂ ਸਾਰੇ ਦੁੱਖ ਗਵਾ ਲਏ ਹਨ ਤੇ ਮੌਤ ਦਾ ਸਹਿਮ ਵੀ ਮਿਟਾ ਲਿਆ ਹੈ। ਇਹ ਪਹਿਲੇ ਦੋ ਛੰਤਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਅਨਮਿਊਟ ਕਰਕੇ ਆਪਣੀ ਗੱਲ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।